है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। बसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है, ओ दुनिया सारी भी सोनी है, पर तेरा रंग न्यारा है। तेरी मिट्टी दा कुल्ला भी शाही महला तो प्यारा है। तेरे जर्रे जर्रे दे अंदर अपनत जई कोई बसती है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब है पंजाब। पंजाब दर्शन ते आप सब का तह दिलों स्वागत है। अज असी IISER मोहाली के प्रोफैसर ਅਤੇ पंजाबी यूनिवर्सिटी पटियाला के सत्कारयोग वाइस चांसलर डॉक्टर अरविंद जी के सन्मुख हाँ। पढ़े लिखे लोग पंजाब नूं अक्सर मिहणा मारते कि इत्थे विग्यानक प्रतिभा नहीं पनपदी, पर डॉक्टर अरविंद पंजाब की अजिही विग्यानक प्रतिभा है जिन्हां दी शख्सियत विचों आधुनिक साइंस के पितामह गलीलियो के दर्शन होंदे हन। उन्हां दी प्रतिभा विच विशेष आकर्षण है, जिवें वो न्यूटन का पंजाबी नक्श अते अक्स होण। प्रोफैसर अरविंद यूनीवर्सिटी के अजिहे वाइस चांसलर हैं जिन्हां दी शख्सियत विचों सानू ब्यूरोक्रैटिक हवा नज़र नहीं आती। एक दार्शनिक प्रभाव उन्हां दे आस पास सानू नज़र आता, और इसे करके असी उन्हां तक पहुँच प्राप्त कर सके। तो अज असी उन्होंने उन्होंने सन्मुख हाँ तो उन्होंने विचार असी सरवण करांगे। सानू इस गल की बड़ी खुशी है कि अज पंजाब दर्शन के सूझवान दर्शक ਸਰੋਤੇ मान्यवर डॉक्टर अरविंद जी तो विद्या विच विग्यानक सोच की लोड़ क्यों विषय ते विख्यान सरवण करनगे। तो खास गल जिहड़ी मैं पंजाब दर्शन के दर्शक ਸਰੋਤਿਆਂ ਨੂੰ दसनी चाहुंदा कि जिवें साडी परंपरा है कि असीं हर लैक्चर हर विख्यान डेडिकेट करते हैं किसी प्रतिभा नूं, किसी किताब नूं जां किसी गल नूं। अज दा असीं ये लैक्चर विज्ञान की उस शख्सियत नूं डेडिकेट कर रहे हैं, समर्पित कर रहे हैं जिन्होंने
ਆਇਨਸਟਾਈਨ ਨੇ ਮਾਡਰਨ ਸਾਇੰਸ ਦੇ ਫਾਦਰ ਕਿਹਾ ਸੀਗਾ, ਆਧੁਨਿਕ ਵਿਗਿਆਨ ਦੇ ਪਿਤਾਮਾ ਕਿਹਾ ਸੀਗਾ। ਮੇਰੀ ਮੁਰਾਦ ਹੈ ਗਲੀਲੀਓ ਤੋਂ। ਅੱਜ ਦਾ ਇਹ ਲੈਕਚਰ ਗਲੀਲੀਓ ਨੂੰ ਡੈਡੀਕੇਟ ਕੀਤਾ ਜਾ ਰਿਹਾ। ਤੇ ਮੈਂ ਕਿਉਂਕਿ ਸਾਨੂੰ ਪਤਾ, ਡਾਕਟਰ ਸਾਹਿਬ ਨੇ ਦੱਸਿਆ ਸੀਗਾ ਕਿ ਉਹਨਾਂ ਕੋਲ ਸਮੇਂ ਦੀ ਘਾਟ ਹੈ ਔਰ ਬੜੀ ਮੁਸ਼ਕਿਲ ਨਾਲ ਸਾਨੂੰ ਉਹਨਾਂ ਨੇ ਆਪਣੇ ਕੀਮਤੀ ਰੁਝਾਨ ਵਿੱਚੋਂ ਸਮਾਂ ਦਿੱਤਾ, ਅਤੇ ਉਹਨਾਂ ਦੇ ਬਾਅਦ ਵਿੱਚ ਅਗਲੇ ਹੋਰ ਰੁਝੇਵੇਂ ਵੀ ਹਨ। ਅਤੇ ਅੱਜ ਮੈਂ ਉਹਨਾਂ ਬਾਰੇ ਜ਼ਿਆਦਾ ਸਮਾਂ ਨਹੀਂ ਲਊਂਗਾ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਸਰੋਤੇ ਉਹ ਬਹੁਤ ਜ਼ਿਆਦਾ ਉਤਸੁਕ ਆ ਉਹਨਾਂ ਨੂੰ ਸੁਣਨ ਲਈ ਅਤੇ ਉਹਨਾਂ ਦੇ ਵਿਚਾਰ ਜਾਣਨ ਲਈ, ਅਤੇ ਮੈਂ ਸਮਾਂ ਨਹੀਂ ਲਊਂਗਾ। ਅਤੇ ਮੈਂ ਬੇਨਤੀ ਕਰਦਾ, ਡਾਕਟਰ ਸਾਹਿਬ ਤੁਹਾਡਾ ਪੰਜਾਬ ਦਰਸ਼ਨ ਵਿੱਚ ਬਹੁਤ ਬਹੁਤ ਸਵਾਗਤ ਹੈ। ਮੈਨੂੰ ਪਤਾ ਤੁਸੀਂ ਆਪਣੇ ਕਿੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਦਿੱਤਾ, ਅਤੇ ਬੇਸ਼ੱਕ ਪਹਿਲਾ ਹੱਕ ਤੁਹਾਡੇ ਉੱਤੇ ਯੂਨੀਵਰਸਿਟੀ ਦਾ, ਪਰ ਪੰਜਾਬ 'ਤੇ ਵੀ ਪੰਜਾਬ ਦਾ ਹੱਕ ਵੀ ਤੁਹਾਡੇ 'ਤੇ ਹੈ, ਪੰਜਾਬ ਦਰਸ਼ਨ ਦਾ ਹੱਕ ਵੀ ਤੁਹਾਡੇ 'ਤੇ ਹੈ। ਤੁਸੀਂ ਇਕੱਲਾ ਯੂਨੀਵਰਸਿਟੀ ਦੇ VC ਨਹੀਂ, ਤੁਸੀਂ ਸਾਰੇ ਪੰਜਾਬ ਦੇ VC ਵੀ ਆ, ਤੁਸੀਂ ਪੰਜਾਬ ਦੇ ਦਰਸ਼ਨ ਵੇਤਾ ਵੀ ਆ। ਅਤੇ ਅੱਜ ਅਸੀਂ ਤੁਹਾਡੇ ਕੋਲ ਇਸ ਕਰਕੇ ਤੁਹਾਡੇ ਚਰਨਾਂ ਵਿੱਚ ਆਏ ਹਾਂ ਕਿ ਤੁਹਾਡੇ ਕੋਲੋਂ ਅਸੀਂ ਕੁਛ ਐਸੀ ਸੂਝ ਲੈ ਸਕੀਏ ਕਿ ਪੰਜਾਬ ਵਿੱਚ ਸਾਡੇ ਵਿਦਿਆਰਥੀ ਜਿਹੜੇ ਆ ਉਹ ਇੱਕ ਸਾਇੰਟੀਫਿਕ ਬੈਂਟ ਜਿਹੜਾ ਉਹ ਉਹਨਾਂ ਦੇ ਵਿੱਚ ਆ ਸਕੇ, ਉਹਨਾਂ ਦੇ ਅੰਦਰ ਰੁਚੀ ਪੈਦਾ ਹੋ ਸਕੇ ਕਿ ਉਹ ਵਿਗਿਆਨ ਦੇ ਵਿੱਚ ਕੁਝ ਕਰ ਸਕਣ। ਅਤੇ ਸਰ ਬਹੁਤ ਬਹੁਤ ਸਵਾਗਤ। ਅਤੇ ਅੱਜ ਤੁਸੀਂ ਹੁਣ ਆਪਣਾ ਵਿਖਿਆਨ ਆਰੰਭ ਕਰਨਾ ਹੈ। ਸਾਡੇ ਵੱਲੋਂ ਸਮੇਂ ਦੀ ਕੋਈ ਸੀਮਾ ਨਹੀਂ ਹੈ, ਅਤੇ ਤੁਸੀਂ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਨੇ ਆ। ਅਤੇ ਪੰਜਾਬ ਦਰਸ਼ਨ ਦੇ ਸਰੋਤੇ ਦਰਸ਼ਕ ਜਿਹੜੇ ਇਹ ਲੈਕਚਰ ਸੁਣ ਰਹੇ ਹੋਣਗੇ, ਉਹਨਾਂ ਨੂੰ ਬੇਨਤੀ ਹੈ ਕਿ ਕੋਈ ਉਹਨਾਂ ਦੇ ਮਨ ਵਿੱਚ ਸਵਾਲ ਪੈਦਾ ਹੋਵੇ ਉਹ ਆਪਣਾ ਉੱਥੇ ਲਿਖ ਸਕਦੇ ਆ, ਅਤੇ ਅਸੀਂ ਉਹ ਸਵਾਲ ਪੜ੍ਹ ਕੇ ਡਾਕਟਰ ਸਾਹਿਬ ਨੂੰ ਸੁਣਾ ਦੇਵਾਂਗੇ, ਅਤੇ ਉਹਨਾਂ ਤੋਂ ਅਸੀਂ ਕੁਝ ਸਵਾਲ ਵੀ ਪੁੱਛਾਂਗੇ ਡਾਕਟਰ ਸਾਹਿਬ ਤੋਂ। ਡਾਕਟਰ ਸਾਹਿਬ ਅੱਜ ਦਾ ਵਿਖਿਆਨ ਮਾਈਕ ਤੁਹਾਡੇ ਕੋਲ ਹੈ ਜੀ, ਅਤੇ ਅਨਮਿਊਟ ਤੁਸੀਂ ਕਰ ਲਓ ਅਤੇ ਅੱਜ ਦਾ ਵਿਖਿਆਨ ਸ਼ੁਰੂ ਕਰੋ। ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਅਵਤਾਰ ਸਿੰਘ ਜੀ ਦਾ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ 'ਚ ਆਉਣ ਦਾ ਸੱਦਾ ਦਿੱਤਾ ਅਤੇ ਪੰਜਾਬ ਦਰਸ਼ਨ 'ਚ ਅੱਜ ਤੁਹਾਡੇ ਨਾਲ ਰੂਬਰੂ ਹੋਣ ਲਈ ਬੁਲਾਇਆ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਬਿਲਕੁਲ ਇਹ ਗੱਲ ਜੋ ਇਹਨਾਂ ਨੇ ਭਾਂਪੀ ਔਰ ਜਿਹੜੀ ਇਹਨਾਂ ਨੇ ਕੀਤੀ ਉਹ ਬਿਲਕੁਲ ਠੀਕ ਹੈ। ਅਸਲ ਦੇ ਵਿੱਚ ਜਿਹੜੀ ਅਕਾਦਮਿਕ ਲੀਡਰਸ਼ਿਪ ਯੂਨੀਵਰਸਿਟੀਆਂ 'ਚ ਹੁੰਦੀ ਆ, ਉਹ ਇੱਕ ਅਕਾਦਮਿਕ ਕੰਮ ਹੁੰਦਾ ਹੈ, ਉਹ ਇੱਕ ਐਡਮਿਨਿਸਟ੍ਰੇਟਿਵ ਕੰਮ ਹੁੰਦਾ ਹੀ ਨਹੀਂ। ਸੋ ਉਹਨੂੰ ਇੱਕ ਐਡਮਿਨਿਸਟ੍ਰੇਸ਼ਨ ਨੂੰ ਨੰਬਰ 1 ਤੇ ਅਗਰ ਅਸੀਂ ਲੈ ਆਵਾਂਗੇ ਤੇ ਫਿਰ ਸਾਡੀਆਂ ਯੂਨੀਵਰਸਿਟੀਆਂ ਵਾਂਗ ਕੰਮ ਨਹੀਂ ਕਰ ਸਕਣਗੀਆਂ। ਸੋ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਮੈਂ ਕੁਝ ਨਵੇਂ ਪ੍ਰਿੰਸੀਪਲ ਸਾਹਮਣੇ ਲਿਆ ਰਿਹਾ। ਪਹਿਲੋਂ ਤੇ ਗੱਲ ਇਹ ਹੈ ਕਿ ਜਿਹੜਾ ਪੜ੍ਹਨ ਪੜ੍ਹਾਉਣ ਦਾ ਕੰਮ ਹੈ ਉਹ ਨੰਬਰ 1 ਤੇ ਹੋਣਾ ਚਾਹੀਦਾ ਹੈ, ਔਰ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਨੰਬਰ 1 ਤੇ ਹੋਣਾ ਚਾਹੀਦਾ। ਸੋ 10ਵੇਂ ਪਾਤਸ਼ਾਹ ਨੇ ਕਿਹਾ ਕਿ ਸਿੱਖਾਂ ਬਾਰੇ, ਉਹ ਕਹਿੰਦੇ ਕਿ ਇन्हीं की कृपा ਤੇ ਹਮ ਬਣੇ हैं, ਨਹੀਂ ਤਾਂ ਮੋਸੋ ਗਰੀਬ ਕਰੋੜ ਪਰੇ। ਉਹ ਕਹਿੰਦੇ ਆ ਕਿ ਸਿੱਖ ਹੈ ਤੇ ਗੁਰੂ ਹੈ, ਤੇ ਵਿਦਿਆਰਥੀ ਹੈ ਤੇ ਅਧਿਆਪਕ ਹੈ ਤੇ ਯੂਨੀਵਰਸਿਟੀ ਹੈ ਤੇ ਵਾਈਸ ਚਾਂਸਲਰ ਹੈ। ਸੋ ਵਿਦਿਆਰਥੀ ਜਿਹੜਾ ਹੈ ਉਹਦੀ ਸਟੂਡੈਂਟ ਸੈਂਟਰਿਕ ਅਪਰੋਚ ਸਾਨੂੰ ਆਪਣੀ ਵਿੱਦਿਆ 'ਚ ਬਣਾਉਣੀ ਚਾਹੀਦੀ ਹੈ, ਔਰ ਉਹਦੇ ਨਾਲ ਬਾਕੀ ਚੀਜ਼ਾਂ ਆਪੇ ਥਾਂ ਸਿਰ ਆ ਜਾਂਦੀਆਂ ਨੇ। ਜਿਹੜਾ ਵਿਦਿਆਰਥੀ ਤੇ ਗਿਆਨ, ਸਾਡੇ ਵਿੱਚ ਇਹ ਹੈ ਕਿ ਅਸੀਂ ਇਮਤਿਹਾਨ ਨੂੰ ਗਿਆਨ ਤੋਂ ਉੱਪਰ ਲੈਂਦੇ, ਤੇ ਸਾਰਾ ਗਿਆਨ ਅਸੀਂ ਹਮੇਸ਼ਾ ਇਮਤਿਹਾਨ ਵਾਲੇ ਪਾਸੇ ਨੂੰ ਵਿਦਿਆਰਥੀ ਨੂੰ ਖੜਦੇ ਹਾਂ। ਹਾਲਾਂਕਿ ਗੱਲ ਬਿਲਕੁਲ ਉਲਟੀ ਹੋਣੀ ਚਾਹੀਦੀ ਹੈ ਕਿ ਇਮਤਿਹਾਨ ਜਿਹੜਾ ਹੈ ਉਹ ਤਾਂ ਇੱਕ ਛੋਟਾ ਜਿਹਾ ਪ੍ਰਮਾਣ ਹੈ ਕਿ ਤੁਸੀਂ ਕੁਝ ਸਿੱਖਿਆ ਜਾਂ ਨਹੀਂ ਸਿੱਖਿਆ, ਪਰ ਅਸਲੀ ਗੱਲ ਤੇ ਉਹ ਗਿਆਨ ਹੈ ਜਿਹੜਾ ਤੁਸੀਂ ਸਿੱਖਦੇ ਹੋ ਔਰ ਜਿਹਦੀ ਗੱਲਬਾਤ ਤੁਸੀਂ ਰੋਜ਼ ਅਸੀਂ ਆਪਣੇ ਕਲਾਸਰੂਮਾਂ 'ਚ ਕਰਦੇ ਹਾਂ। ਉਹਨੂੰ ਇਹ ਗੱਲਾਂ ਅਸੀਂ ਵਿਚਾਰਾਂਗੇ। ਪਹਿਲੀ ਗੱਲ ਤੇ ਮੈਨੂੰ ਬਹੁਤ ਹੀ ਅੱਛਾ ਲੱਗਾ ਕਿ ਅੱਜ ਦਾ ਇਹ ਜਿਹੜਾ ਲੈਕਚਰ ਹੈ ਇਹ ਗਲੀਲੀਓ ਨੂੰ ਡੈਡੀਕੇਟਡ ਹੈ। ਔਰ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ 'ਚ ਆਇਆ ਤੇ ਅਸੀਂ ਨਵੇਂ ਪ੍ਰੋਗਰਾਮ ਉਲੀਕੇ ਨੇ, ਤੇ ਉਹਨਾਂ ਵਿੱਚ ਅਸੀਂ ਕੁਝ ਵਿਸ਼ਵ ਪੱਧਰ ਦੇ ਨਵੇਂ ਪ੍ਰੋਗਰਾਮ ਸਾਹਮਣੇ ਲਿਆਂਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ 5 ਈਅਰ ਇੰਟੀਗ੍ਰੇਟਿਡ ਪ੍ਰੋਗਰਾਮਸ। ਇਹ 5 ਸਾਲਾ ਪ੍ਰੋਗਰਾਮ ਹੋਣਗੇ, ਜਿਨ੍ਹਾਂ ਦੀ ਐਡਮਿਸ਼ਨ ਜਿਹੜੀ ਆ ਉਹ 12ਵੀਂ ਤੋਂ ਬਾਅਦ ਹੋਏਗੀ। ਸਕੂਲ ਤੋਂ ਬਾਅਦ ਵਿਦਿਆਰਥੀ ਸਿੱਧਾ ਸਾਡੇ ਕੋਲ ਆਏਗਾ ਤੇ 5 ਸਾਲ ਵਿੱਚ ਉਹ ਮਾਸਟਰਸ ਦੀ ਡਿਗਰੀ ਲੈ ਕੇ ਜਾਏਗਾ। ਇਹ ਪ੍ਰੋਗਰਾਮ ਜਿਹੜੇ ਪ੍ਰੋਗਰਾਮ ਪਹਿਲਾਂ ਚੱਲ ਰਹੇ ਉਹਨਾਂ ਨਾਲੋਂ ਬੜੇ ਵੱਖਰੇ ਨੇ। ਇਹ 5 ਅਸੀਂ ਇਹਦੀਆਂ ਜੀ ਸਟਰੀਮਸ ਬਣਾਈਆਂ ਨੇ: ਫਿਜ਼ੀਕਲ ਐਂਡ ਕੈਮੀਕਲ ਸਾਇੰਸਿਸ, ਲਾਈਫ ਸਾਇੰਸਿਸ, ਮੈਥਮੈਟੀਕਲ ਐਂਡ ਕੰਪਿਊਟਿੰਗ ਸਾਇੰਸਿਸ, ਲੈਂਗੁਏਜਿਸ, ਸੋਸ਼ਲ ਸਾਇੰਸਿਸ ਐਂਡ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ। ਇਹਨਾਂ ਦੀ ਨੌਈਅਤ ਕੁਝ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਵਿਦਿਆਰਥੀ ਸੰਗੀਤ ਸਿੱਖਣ ਆਏਗਾ ਉਹ ਭੌਤਿਕ ਵਿਗਿਆਨ ਵੀ ਥੋੜਾ ਜਿਹਾ ਪੜ੍ਹੇਗਾ,
ਜਿਹੜਾ ਭੌਤਿਕ ਵਿਗਿਆਨ ਸਿੱਖਣ ਆਏਗਾ ਉਹ ਪੰਜਾਬੀ ਸਾਹਿਤ ਇਹ ਚੀਜ਼ਾਂ ਵੀ ਪੜ੍ਹੇਗਾ, ਉਹ ਥੀਏਟਰ ਦੇ ਕੋਰਸ ਵੀ ਲੈ ਸਕਦਾ ਹੈ। ਸੋ ਇਹਦੇ ਚ ਕਾਫੀ ਸਾਰਾ ਜਿਹੜਾ ਹਿੱਸਾ ਹੈ ਉਹ ਫ੍ਰੀ ਰੱਖਿਆ ਗਿਆ ਹੈ, ਜਿਹਨਾਂ ਨੂੰ ਓਪਨ ਇਲੈਕਟਿਵਸ ਰੱਖੇ ਗਏ ਨੇ, ਜਿਨ੍ਹਾਂ ਨਾਲ ਵਿਦਿਆਰਥੀ ਆਪਣੀ ਸਟਰੀਮ ਤੋਂ ਬਾਹਰ ਵੀ ਜੁੜ ਸਕਦਾ ਹੈ। ਪਹਿਲੀ ਵਾਰ ਇਹ ਹੋਇਆ ਹੈ ਕਿ ਸਾਡੀ ਕਿਸੇ ਸਟੇਟ ਯੂਨੀਵਰਸਿਟੀ ਜਾਂ ਈਵਨ ਸੈਂਟਰਲ ਯੂਨੀਵਰਸਿਟੀ 'ਚ ਇਹ ਜਿਹੜੀ ਐਡਮਿਸ਼ਨ ਹੈ ਇਹ ਡਿਪਾਰਟਮੈਂਟਾਂ 'ਚ ਨਹੀਂ ਹੋਏਗੀ। ਜਿਹੜਾ ਭਾਸ਼ਾ ਦਾ ਵਿਦਿਆਰਥੀ ਹੈ ਉਹ ਪਹਿਲੇ ਸਾਲ ਤੋਂ ਬਾਅਦ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਫਾਰਸੀ, ਸੰਸਕ੍ਰਿਤ 6 ਦੀਆਂ 6 ਜ਼ੁਬਾਨਾਂ 'ਚੋਂ ਜਿਹੜੀ ਮਰਜ਼ੀ ਜ਼ੁਬਾਨ ਵੱਲ ਜਾ ਸਕੇਗਾ, ਤੇ ਉਹ ਸਾਰੀਆਂ ਹੀ ਜ਼ੁਬਾਨਾਂ ਪਹਿਲੇ ਸਾਲ 'ਚ ਸਿੱਖੇਗਾ। ਫਿਜ਼ੀਕਲ ਕੈਮੀਕਲ ਸਾਇੰਸਿਸ ਦਾ ਵਿਦਿਆਰਥੀ ਇਸੇ ਤਰ੍ਹਾਂ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, ਬਾਇਓਲੋਜੀ, ਕੰਪਿਊਟਰ ਇਹ ਸਭ ਕੁਝ ਪੜ੍ਹੇਗਾ, ਤੇ ਫਿਰ ਆਪਣੀ ਰੁਚੀ ਮੁਤਾਬਕ ਜਿੱਧਰ ਉਹ ਜਾਣਾ ਚਾਹੇਗਾ ਚਲੇ ਜਾਏ। ਇਹ ਗੱਲ ਮੈਂ ਤਾਂ ਕਰ ਰਿਹਾ ਕਿ ਇਹ ਨਵੇਂ ਕੋਰਸ ਅਸੀਂ ਸ਼ੁਰੂ ਕਰ ਲਿਆ ਹੈ, ਤੇ ਮੈਂ ਕਿਹਾ ਵੀ ਭਾਵੇਂ ਮੈਂ ਵਾਈਸ ਚਾਂਸਲਰ ਹਾਂ, ਇਹਦਾ ਪਹਿਲਾ ਕੋਰਸ ਫਿਜ਼ਿਕਸ ਦਾ ਮੈਂ ਪੜ੍ਹਾਵਾਂਗਾ, ਤੇ ਅੱਜ ਉਹਦੀ ਪਹਿਲੀ ਕਲਾਸ ਸੀ, ਔਰ ਉਹ ਮੈਂ ਸਵੇਰੇ 10 ਤੋਂ 11 ਕਲਾਸ ਪੜ੍ਹਾਈ। ਤੇ ਗੱਲ ਉੱਥੇ ਇਹੀ ਹੋ ਰਹੀ ਸੀ, ਮੈਂ ਗੱਲ ਇੱਥੋਂ ਸ਼ੁਰੂ ਕੀਤੀ ਕਿ ਜਿਹੜੇ ਨਿਯਮ ਨਿਊਟਨ ਨੇ 17ਵੀਂ ਸਦੀ 'ਚ ਸੂਤਰਬੱਧ ਕੀਤੇ, ਉਹਦੇ ਉੱਤੇ ਜਿਹੜਾ ਪਿਛਲਾ ਕੰਮ ਕਿਹਦਾ ਕੰਮ ਸੀ ਜਿਹਦੇ ਕਰਕੇ ਉਹ ਨਿਯਮ ਨਿਊਟਨ ਬਣਾ ਸਕਿਆ। ਤੇ ਮੈਂ ਕਲਾਸ ਨੂੰ ਇਹ ਸਵਾਲ ਪੁੱਛਿਆ, ਤੇ ਇੱਕਦਮ ਉਹਨਾਂ ਨੇ ਜਵਾਬ ਨਹੀਂ ਦਿੱਤਾ। ਫਿਰ ਮੈਂ ਕਿਹਾ ਵੀ ਚਲੋ ਇਸ ਗੱਲ ਨੂੰ ਛੱਡੀਏ, ਆਪਾਂ ਕਿਸੇ ਇਹੋ ਜਿਹੇ ਭੌਤਿਕ ਵਿਗਿਆਨੀ ਦੀ ਗੱਲ ਕਰੀਏ ਜਿਹੜਾ ਨਿਊਟਨ ਤੋਂ ਪਹਿਲੇ ਹੋਇਆ ਔਰ ਜਿਹਨੇ ਬਹੁਤ ਵੱਡੇ ਕੰਮ ਕੀਤੇ। ਤੇ ਫਿਰ ਦੋ ਵਿਦਿਆਰਥੀਆਂ ਨੇ ਕਿਹਾ ਕਿ ਗੈਲੀਲੀਓ, ਔਰ ਇਹ ਬਿਲਕੁਲ ਗੱਲ ਠੀਕ ਸੀ ਕਿ ਕਿਹਾ ਜਾਂਦਾ ਹੈ ਕਿ ਜਿੱਥੇ ਗੈਲੀਲੀਓ ਨੇ ਕੰਮ ਛੱਡਿਆ ਆਪਣੀ ਜ਼ਿੰਦਗੀ ਦਾ, ਉਸੇ ਕੰਮ ਚੋਂ ਹੀ ਨਿਊਟਨ ਨੇ ਆਪਣੇ ਨਿਊਟਨ ਦੇ ਨਿਯਮ ਦਿੱਤੇ, ਔਰ ਉਹੋ ਹੀ ਨਿਯਮ ਅੱਜ ਵੀ ਅਸੀਂ ਉਸੇ ਤਰ੍ਹਾਂ ਹੀ 250 ਸਾਲ ਬਾਅਦ ਉਸੇ ਤਰ੍ਹਾਂ ਹੀ ਪੜ੍ਹਾ ਰਹੇ ਹਾਂ, ਔਰ ਸਾਰਾ ਜਿਹੜਾ ਮਕੈਨਿਕਸ ਜਾਂ ਮੋਸ਼ਨ ਦਾ ਵਿਗਿਆਨ ਹੈ ਉਹ ਉਹਨਾਂ ਦੇ ਉੱਤੇ ਹੀ ਨਿਰਧਾਰਿਤ ਹੈ। ਸੋ ਐਵੇਂ ਹੀ ਨਹੀਂ ਆਇਨਸਟਾਈਨ ਨੇ ਗੈਲੀਲੀਓ ਨੂੰ ਪਿਤਾਮਾ ਕਿਹਾ ਵਿਗਿਆਨ ਦਾ। ਔਰ ਇਹ ਬਹੁਤ ਹੀ ਰੌਚਕ ਗੱਲ ਹੈ ਕਿ ਅੱਜ ਇਹ ਲੈਕਚਰ ਹੋਣਾ ਸੀ ਜਿਹੜਾ ਤੁਸੀਂ ਗੈਲੀਲੀਓ ਨੂੰ ਡੈਡੀਕੇਟ ਕਰਨਾ ਸੀ, ਤੇ ਅੱਜ ਹੀ ਮੈਂ ਗੱਲ ਆਪਣੇ ਵਿਦਿਆਰਥੀਆਂ ਦੇ ਸਾਹਮਣੇ ਰੱਖ ਕੇ ਆਇਆ ਕਿ ਗੈਲੀਲੀਓ ਦਾ ਕੰਮ ਬਹੁਤ ਵੱਡਾ ਸੀ, ਪਰ ਉਹ ਆਖਰੀ ਸੂਤਰਬੱਧ ਕਰਨ ਦਾ ਕੰਮ ਉਹ ਨਹੀਂ ਕਰ ਸਕਿਆ ਜਿਹੜਾ ਨਿਊਟਨ ਨੇ ਕੀਤਾ। ਸੋ ਇਹਦੇ ਚੋਂ ਗੱਲ, ਕਿਉਂਕਿ ਇਹ ਜੁੜ ਗਈ ਮੇਰੇ ਲੈਕਚਰ ਨਾਲ ਵੀ, ਗੱਲ ਇਹ ਜੁੜ ਗਈ ਕਿਉਂਕਿ ਗੱਲ ਥੋੜੀ ਜਿਹੀ ਮੈਂ ਇਹ ਕਰਨੀ ਚਾਹੁੰਦਾ ਕਿ ਵਿਗਿਆਨ ਹੈ ਕੀ, ਇਹਦਾ ਸਰੂਪ ਕੀ ਹੈ, ਕੀ ਕੰਮ ਕੀ ਹੈ। ਸੋ ਪਹਿਲੀ ਗੱਲ ਤੇ ਹੈ ਕਿ ਮੈਂ ਕੁਝ 5-7 ਗੱਲਾਂ ਤੁਹਾਡੇ ਸਾਹਮਣੇ ਰੱਖਾਂਗਾ, ਫਿਰ ਆਪਾਂ ਉਹਦੇ ਤੇ ਹੋਰ ਗੱਲਬਾਤ ਵਧਾ ਵੀ ਸਕਦੇ ਹਾਂ। ਲੋੜ ਪੈਣ ਤੇ ਤੁਸੀਂ ਸਵਾਲ ਵੀ ਬਾਅਦ ਵਿੱਚ ਪੁੱਛ ਸਕਦੇ ਹੋ। ਮੈਂ ਬਹੁਤ ਲੰਬੀ ਗੱਲ ਨਹੀਂ ਕਰਨੀ ਚਾਹੁੰਦਾ, ਕਿਉਂਕਿ ਮੈਂ ਚਾਹੁੰਦਾ ਕਿ ਤੁਹਾਡੇ ਵੀ ਕੁਝ ਵਿਚਾਰ ਸੁਣਾ ਤੇ ਕੁਝ ਸਮਾਂ ਉਹਨਾਂ ਗੱਲਾਂ ਤੇ ਲਾਇਆ ਜਾਵੇ ਜਿਹੜੇ ਤੁਹਾਡੇ ਮਨ 'ਚ ਵਿਚਾਰ ਉਤਪੰਨ ਹੋਣ। ਸੋ ਵਿਗਿਆਨ ਦਾ ਜਿਹੜਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਵਿਗਿਆਨ ਇੱਕ ਭਾਸ਼ਾ ਹੈ। ਜਦੋਂ ਮੈਂ ਗੱਲ ਕਹਿਣਾ ਕਈ ਵਾਰ ਲੋਕ ਬਹੁਤ ਹੈਰਾਨ ਹੁੰਦੇ ਆ ਕਿ ਅਸੀਂ ਤੇ ਪਹਿਲੇ ਹੀ 7ਵੀਂ 8ਵੀਂ ਤੋਂ ਹੀ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਵਿਦਿਆਰਥੀ ਵਿਗਿਆਨ 'ਚ ਚੰਗਾ ਹੈ, ਇਹ ਮੈਥਮੈਟਿਕਸ ਚੰਗਾ ਹੈ, ਇਹ ਭਾਸ਼ਾ 'ਚ ਚੰਗਾ ਹੈ, ਅਸੀਂ ਉਹਨਾਂ ਨੂੰ ਵੰਡ ਦਿੰਦੇ ਹਾਂ। ਹਾਲਾਂਕਿ ਜੇ ਤੁਸੀਂ ਧਿਆਨ ਨਾਲ ਵੇਖੋ ਤੇ ਵਿਗਿਆਨ ਇੱਕ ਭਾਸ਼ਾ ਹੈ, ਈਵਨ ਮੈਥਮੈਟਿਕਸ ਇੱਕ ਭਾਸ਼ਾ ਹੈ। ਕਿਉਂ? ਭਾਸ਼ਾ ਦੀ ਪਰਿਭਾਸ਼ਾ ਕੀ ਹੈ? ਭਾਸ਼ਾ ਦੀ ਪਰਿਭਾਸ਼ਾ ਇਹ ਹੈ ਕਿ ਕੁਝ ਨਿਯਮਾਂ ਮੁਤਾਬਕ, ਜਿਹਨੂੰ ਅਸੀਂ ਪੰਜਾਬੀ, ਹਿੰਦੀ, ਅੰਗਰੇਜ਼ੀ 'ਚ ਗ੍ਰਾਮਰ ਕਹਿੰਦੇ ਹਾਂ, ਤੇ ਜਦੋਂ ਅਸੀਂ ਫਿਜ਼ਿਕਸ ਦੀ ਗੱਲ ਕਰਦੇ ਹਾਂ ਤੇ ਅਸੀਂ ਕਈ ਵਾਰੀ ਉਹ 'ਚ ਕੈਲਕੂਲਸ ਜਾਂ ਮੈਥਮੈਟਿਕਸ ਜਾਂ ਅਲਜਬਰਾ ਵਰਤਦੇ ਹਾਂ, ਉਹਦੇ ਕੋਈ ਨਿਯਮ ਨੇ। ਨਿਯਮਾਂ ਮੁਤਾਬਕ ਕੋਈ ਗੱਲ ਲਿਖੜੀ ਜਿਹੜੀ ਦੂਸਰਾ ਮਨੁੱਖ ਜਿਹਨੂੰ ਨਿਯਮ ਆਉਂਦੇ ਹੋਣ ਤੇ ਸਮਝ ਸਕੇ। ਜਿਹਨੂੰ ਪੰਜਾਬੀ ਦੀ ਗ੍ਰਾਮਰ ਆਉਂਦੀ ਹੈ ਉਹ ਪੰਜਾਬੀ ਪੜ੍ਹ ਲੈਂਦਾ ਹੈ, ਜਿਹਨੂੰ ਇੰਗਲਿਸ਼ ਦੀ ਗ੍ਰਾਮਰ ਆਉਂਦੀ ਹੈ ਉਹ ਇੰਗਲਿਸ਼ ਸਮਝ ਲੈਂਦਾ ਹੈ। ਔਰ ਭਾਸ਼ਾ 'ਚ ਕਿਹਾ ਜਾਂਦਾ ਹੈ ਕਿ ਹਰ ਵਾਕ ਦਾ ਇੱਕ ਹੀ ਯੂਨੀਕ ਮੀਨਿੰਗ ਨਿਕਲਣਾ ਚਾਹੀਦਾ ਹੈ। ਔਰ ਇਹੀ ਗੱਲ ਮੈਥਮੈਟਿਕਸ 'ਚ ਹੈ ਕਿ ਜੇ ਅਸੀਂ ਇੱਕ ਇਕੁਏਸ਼ਨ ਲਿਖਦੇ ਹਾਂ ਤੇ ਉਹਦਾ ਇੱਕੋ ਹੀ ਮਤਲਬ ਹੈ, ਉਹਦੇ ਦੋ ਮਤਲਬ ਨਹੀਂ ਨਿਕਲ ਸਕਦੇ ਜੇ ਉਹ ਠੀਕ ਢੰਗ ਨਾਲ ਲਿਖੀ ਗਈ। ਸੋ ਵਿਗਿਆਨ ਇੱਕ ਭਾਸ਼ਾ ਹੈ। ਉਹ ਭਾਸ਼ਾ ਹੈ ਜਿਹਦੇ 'ਚ ਅਸੀਂ ਸਾਡੇ ਆਲੇ ਦੁਆਲੇ ਦੀ ਦੁਨੀਆ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਹਾਸਲ ਤਾਂ ਅਸੀਂ ਨਾਰਮਲ ਭਾਸ਼ਾ 'ਚ ਹੀ ਕਰਦੇ ਹਾਂ, ਪਰ ਵਿਗਿਆਨ ਉਹ ਭਾਸ਼ਾ ਹੈ ਜਿਹਦੇ 'ਚ ਉਸ ਜਾਣਕਾਰੀ ਨੂੰ ਅਸੀਂ ਸੂਤਰਬੱਧ ਕਰਦੇ ਹਾਂ। ਉਹ ਜਿਹੜੇ ਸੂਤਰਬੱਧ ਕਰਨ ਦਾ ਕੰਮ ਹੈ ਉਹ ਹੀ ਵਿਗਿਆਨ ਦੀ ਸਿਰਜਣਾ ਹੈ। ਪਹਿਲੀ ਗੱਲ ਤੇ ਦੂਸਰੀ ਗੱਲ ਇਹ ਕਿ ਜਿਹੜੀ ਅਸੀਂ ਇਹ ਸਿਰਜਣਾ ਕਰਦੇ ਹਾਂ ਜਾਂ ਜਿਹੜੀ ਅਸੀਂ ਇਹ ਸੂਤਰਬੱਧਤਾ ਕਰਦੇ ਹਾਂ, ਉਹਦੇ ਵਿੱਚ 3 ਪ੍ਰਿੰਸੀਪਲ ਨੇ, 3 ਉਹਦੇ ਥੱਲੇ ਪਿਲਰ ਨੇ, ਸਤੰਭ ਨੇ,
ਜਿਨ੍ਹਾਂ ਦੇ ਉੱਤੇ ਸਿਰਜਣਾ ਖੜੀ ਹੋਈ। ਔਰ ਪਹਿਲਾ ਸਤੰਭ ਕੀ ਹੈ ਕਿ ਤਰਕਸ਼ੀਲਤਾ। ਜਿਹੜੀ ਵੀ ਅਸੀਂ ਗੱਲ ਕਰਨੀ ਹੈ ਉਹ ਤਰਕ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਉਹਦੇ ਪਿੱਛੇ ਕੋਈ ਰੈਸ਼ਨੇਲ ਜਾਂ ਉਹਦੇ ਪਿੱਛੇ ਕੋਈ ਤਰਕ ਹੋਣਾ ਚਾਹੀਦਾ ਹੈ। ਤਰਕ ਸੰਗਤ ਗੱਲ ਅਸੀਂ ਕਰਨੀ ਹੈ, ਉਹਦਾ ਤਰਕ ਅਸੀਂ ਸਾਹਮਣੇ ਰੱਖਣਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਵਿਗਿਆਨ ਸਿਰਫ ਤਰਕਸ਼ੀਲਤਾ ਹੈ ਜਾਂ ਤਰਕ ਹੈ, ਤੇ ਤਰਕ ਕਿੰਨਾ ਕੁ ਪੁਰਾਣਾ ਹੈ? ਇਹ ਵੀ ਸਵਾਲ ਮੈਂ ਬੜੀ ਵਾਰੀਆਂ ਆਪਣੀਆਂ ਕਲਾਸਾਂ 'ਚ ਵੀ ਪੁੱਛਦਾ, ਤੁਹਾਡੇ ਸਾਹਮਣੇ ਵੀ ਰੱਖਾਂਗਾ ਕਿ ਮਨੁੱਖ ਨੇ ਤਰਕ ਸੰਗਤ ਗੱਲ ਕਰਨੀ ਕਦੋਂ ਸਿੱਖ ਲਈ ਸੀ। ਜੇ ਮਨੁੱਖ ਦੇ ਇਤਿਹਾਸ 'ਚ ਜਾਈਏ ਤੇ ਤਰਕ ਸੰਗਤ ਗੱਲ ਕਰਨੀ ਮਨੁੱਖ ਨੇ ਕਈ ਹਜ਼ਾਰ ਸਾਲ ਪਹਿਲੇ ਸਿੱਖ ਲਈ ਸੀ। ਇੱਥੋਂ ਤੱਕ ਕਿ ਜੇ ਅਸੀਂ ਪੁਰਾਣੇ ਗ੍ਰੰਥ ਵੇਖੀਏ ਤੇ ਕਈ ਵਾਰ ਲੱਗਦਾ ਹੈ ਕਿ ਉਹ ਜ਼ਿਆਦਾ ਵਧੀਆ ਤੇ ਜ਼ਿਆਦਾ ਸੂਤਰਬੱਧ ਤਰੀਕੇ ਨਾਲ ਲਿਖਦੇ ਨੇ ਜਿੰਨਾ ਕਿ ਅਸੀਂ ਹੁਣ ਲਿਖਦੇ ਹਾਂ। ਪਰ ਉਸ ਤਰਕ ਨਾਲ ਮਨੁੱਖ ਨੇ ਦੁਨੀਆ ਬਾਰੇ ਇੰਨਾ ਗਿਆਨ ਕਿਉਂ ਨਹੀਂ ਪ੍ਰਾਪਤ ਕਰ ਲਿਆ ਜਿੰਨਾ ਅਸੀਂ ਪਿਛਲੇ 200-300-400 ਸਾਲ 'ਚ ਵਿਗਿਆਨ ਦੇ ਰੂਪ 'ਚ ਪ੍ਰਾਪਤ ਕੀਤਾ ਹੈ? ਇਹ ਸਵਾਲ ਬਾਰ-ਬਾਰ ਸਾਹਮਣੇ ਆਉਂਦਾ ਹੈ। ਔਰ ਇੰਗਲੈਂਡ ਦਾ ਇੱਕ ਫਿਲਾਸਫਰ ਹੋਇਆ ਹੈ ਫ੍ਰਾਂਸਿਸ ਬੇਕਨ, ਉਹਨੇ ਇਸ ਸਵਾਲ ਦੇ ਉੱਤੇ ਬੜੀ ਖੋਜ ਕੀਤੀ ਤੇ ਉਹਨੇ ਇਹਦਾ ਜਵਾਬ ਵੀ ਲੱਭ ਲਿਆ। ਜਿਹੜਾ ਤਰਕ ਹੈ ਇਹਦੀਆਂ ਕੁਝ ਸਮੱਸਿਆਵਾਂ ਨੇ। ਦੇਖੋ, ਇਸ ਤਰ੍ਹਾਂ ਹੈ ਕਿ ਦੋ ਬੰਦਿਆਂ ਦੀ ਗੱਲ ਇੱਕੋ ਜਿਹੀ ਠੀਕ ਲੱਗਣ ਲੱਗ ਪੈਂਦੀ ਹੈ ਕਿਉਂਕਿ ਜੇ ਉਹ ਆਪਣਾ ਆਪਣਾ ਤਰਕ ਦਿੰਦੇ। ਤਰਕ ਆਪਣਾ ਆਪਣਾ ਹੋ ਸਕਦਾ ਹੈ। ਤਰਕ ਦਾ ਇਹ ਮਤਲਬ ਹੁੰਦਾ ਹੈ ਕਿ ਸਾਡੀ ਗੱਲ ਦੇ ਵਿੱਚ ਲੌਜਿਕ ਹੋਣਾ ਚਾਹੀਦਾ ਹੈ, ਤਰਕ ਹੋਣਾ ਚਾਹੀਦਾ ਹੈ, ਉਹਦੀ ਆਰਗੂਮੈਂਟ ਅਸੀਂ ਬਿਲਡ ਕਰਨੀ। ਪਰ ਕੀ ਇੱਕ ਹੀ ਇਸ ਤਰ੍ਹਾਂ ਦੀ ਤਰਕਸ਼ੀਲ ਗੱਲ ਸੰਭਵ ਹੁੰਦੀ ਹੈ ਇੱਕ ਹਾਲਤ ਵਿੱਚ, ਜਾਂ ਜਦੋਂ ਉਸੇ ਹਾਲਾਤ ਵਿੱਚ ਵੱਖਰੇ ਵੱਖਰੇ ਕਿਸਮ ਦੇ ਤਰਕ ਵੀ ਦਿੱਤੇ ਜਾ ਸਕਦੇ ਨੇ? ਇਹਦਾ ਜਵਾਬ ਇਹ ਹੈ ਕਿ ਹਾਂ, ਵੱਖਰੇ ਵੱਖਰੇ ਕਿਸਮ ਦੇ ਤਰਕ ਵੀ ਦਿੱਤੇ ਜਾ ਸਕਦੇ ਨੇ। ਤਰਕਸ਼ੀਲ ਜਿਹੜੀ ਗੱਲ ਹੁੰਦੀ ਉਹ ਜ਼ਰੂਰੀ ਨਹੀਂ ਕਿ ਇੱਕ ਹੀ ਹੋ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਦੋ ਗੱਲਾਂ ਇੱਕੋ ਜਿਹੀਆਂ ਲੱਗਦੀਆਂ ਨੇ ਸਾਨੂੰ ਤਰਕ ਦੀ ਕਸਵੱਟੀ ਤੇ, ਲੌਜਿਕ ਦੀ ਕਸਵੱਟੀ ਤੇ ਉਹਨਾਂ ਚੋਂ ਚੋਣ ਕਿਵੇਂ ਕੀਤੀ ਜਾਵੇ? ਜੇ ਤੁਸੀਂ ਪੁਰਾਣੇ ਫਲਸਫੇ ਦੇ ਗ੍ਰੰਥ ਵੀ ਪੜ੍ਹੋ ਤੇ ਬਹੁਤ ਵਾਰ ਗੱਲ ਇੱਥੇ ਆ ਕੇ ਰੁਕ ਜਾਂਦੀ ਹੈ ਜਦੋਂ ਤਰਕ ਦੇ ਆਧਾਰ ਤੇ ਫੈਸਲਾ ਕਰਨਾ ਨਾਮੁਮਕਿਨ ਹੋ ਜਾਂਦਾ ਹੈ। ਸੋ ਵਿਗਿਆਨ ਇੱਥੇ ਖਲੋਂਦਾ ਨਹੀਂ। ਵਿਗਿਆਨ ਫਿਰ ਇਸ ਬਹਿਸ ਲੰਬੀ ਚ ਨਹੀਂ ਪੈਂਦਾ, ਸਗੋਂ ਕਹਿੰਦਾ ਕੋਈ ਗੱਲ ਨਹੀਂ, 1 2 3 4 ਜਿੰਨੀਆਂ ਵੀ ਤਰਕ ਸੰਗਤ ਗੱਲਾਂ ਸਾਡੇ ਕੋਲ ਹੈ ਨੇ ਉਹਨਾਂ ਨੂੰ ਟੇਬਲ ਤੇ ਰੱਖੋ, ਉਹਨਾਂ ਨੂੰ ਲਿਖ ਲਓ ਤੇ ਫਿਰ ਕੁਦਰਤ ਕੋਲ ਜਾਓ ਤੇ ਉਹਦੇ ਨਾਲ ਪ੍ਰਯੋਗ ਕਰੋ। ਉਹਦੇ ਚੋਂ ਕੁਝ ਵੇਖੋ, ਉਹਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੋ ਪ੍ਰਯੋਗ ਕਰਕੇ ਕਿ ਇਹ ਠੀਕ ਨੇ ਕਿ ਨਹੀਂ। ਤੇ ਉਹਨਾਂ ਚੋਂ ਜਿਹੜੀ ਵੀ ਪ੍ਰਯੋਗ ਦੀ ਕਸਵੱਟੀ ਤੇ ਪੂਰੀ ਉਤਰੇਗੀ ਉਹਨੂੰ ਅਸੀਂ ਠੀਕ ਮੰਨਾਂਗੇ। ਤੇ ਜਦੋਂ ਪ੍ਰਯੋਗ ਰਾਹੀਂ ਅਸੀਂ ਸਿੱਧ ਕਰ ਦਿਆਂਗੇ ਜਿਹੜੀ ਗੱਲ ਨੂੰ ਕਿ ਇਹ ਠੀਕ ਨਹੀਂ ਹੈ ਤੇ ਉਹਨੂੰ ਫਿਰ ਅਸੀਂ ਛੱਡ ਦਿਆਂਗੇ। ਸੋ ਗੱਲ ਫਿਰ ਤਰਕ ਤੋਂ ਅੱਗੇ ਚਲੀ ਜਾਂਦੀ ਹੈ। ਤਰਕ ਤੋਂ ਅੱਗੇ ਅਸੀਂ ਕਹਿੰਦੇ ਕਿ ਪ੍ਰਯੋਗ ਤੇ ਪ੍ਰਮਾਣ। ਵਿਗਿਆਨ ਦਾ ਦੂਸਰਾ ਜਿਹੜਾ ਸਤੰਭ ਹੈ ਉਹ ਪ੍ਰਯੋਗ ਤੇ ਪ੍ਰਮਾਣ ਹੈ। ਹੁਣ ਤੁਸੀਂ ਵੇਖੋ ਕਿ ਜਦੋਂ ਤਰਕ ਰੁਕ ਜਾਂਦਾ ਹੈ ਅਸੀਂ ਪ੍ਰਯੋਗ ਕਰਦੇ ਹਾਂ, ਪ੍ਰਮਾਣ ਲੱਭਦੇ ਹਾਂ। ਪ੍ਰਯੋਗ ਕਰਦੇ ਕਰਦੇ ਸਾਨੂੰ ਕੁਝ ਨਵੀਆਂ ਚੀਜ਼ਾਂ ਲੱਭ ਜਾਂਦੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਲੱਗਦਾ ਪੁਰਾਣੇ ਤਰਕ ਤੋਂ। ਉਹਦੇ ਲਈ ਫਿਰ ਅਸੀਂ ਨਵਾਂ ਤਰਕ ਬਣਾਉਂਦੇ। ਸੋ ਇਹ ਜਿਹੜਾ ਆਯਾਮ ਜਾਂ ਇਹ ਜਿਹੜੀ ਨਵੀਂ ਡਾਈਮੈਂਸ਼ਨ ਸਾਨੂੰ ਮਿਲਦੀ ਹੈ, ਇਹਨਾਂ ਦੋ ਗੱਲਾਂ ਨੂੰ ਜੋੜ ਕੇ ਇਹ ਵਿਗਿਆਨ ਵਿੱਚ ਹੀ ਹੁੰਦਾ ਹੈ। ਇਹ ਹੋਰ ਬਹੁਤ ਸਾਰੇ ਗਿਆਨਾਂ ਵਿੱਚ ਨਹੀਂ ਹੁੰਦਾ ਕਿ ਅਸੀਂ ਤਰਕ ਨੂੰ ਪ੍ਰਯੋਗ ਤੇ ਨਾਲ ਜੋੜ ਕੇ ਉੱਤੇ ਪ੍ਰਮਾਣ ਨਾਲ ਜੋੜ ਕੇ ਚੱਲਣਾ। ਇਹਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਹੱਲ ਬਹੁਤ ਛੇਤੀ ਨਿਕਲ ਆਉਂਦੇ ਆ ਤੇ ਗਿਆਨ ਬਣਾਉਣ ਦੀ ਪ੍ਰਕਿਰਿਆ ਬੜੀ ਤੇਜ਼ੀ ਨਾਲ ਚੱਲਦੀ ਹੈ, ਜਿਹੜੀ ਕਿ ਇਕੱਲੇ ਪ੍ਰਯੋਗ ਜਾਂ ਇਕੱਲੇ ਤਰਕ ਨਾਲ ਹੌਲੀ ਹੌਲੀ ਚੱਲਦੀ ਹੈ। ਇਸ ਤੋਂ ਅੱਗੇ ਤੀਸਰੀ ਗੱਲ ਵਿਗਿਆਨ ਦੀ ਇਹ ਹੈ ਕਿ ਵਿਗਿਆਨ ਮਨੁੱਖ ਦੀ ਸਿਰਜਣਾ ਹੈ। ਅਸੀਂ ਨਵਾਂ ਗਿਆਨ ਬਣਾਉਂਦੇ ਹਾਂ। ਜਦੋਂ ਇੱਕ ਵਿਗਿਆਨੀ ਦੇ ਰੂਪ 'ਚ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਤੇ ਅਸੀਂ ਨਵਾਂ ਗਿਆਨ ਸਿਰਜ ਰਹੇ ਹੁੰਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਨਵਾਂ ਗਿਆਨ ਸਿਰਜਦੇ ਹਾਂ ਤੇ ਬਹੁਤ ਵਾਰ ਹਾਲੇ ਉਹ ਪ੍ਰਯੋਗ ਨਹੀਂ ਕੀਤੇ, ਕਿਉਂਕਿ ਪ੍ਰਯੋਗ ਤਾਂ ਵੱਡੀਆਂ ਵੱਡੀਆਂ ਲੈਬੋਰੇਟਰੀਆਂ 'ਚ ਹੋਣੇ ਆ ਜੇ ਅਸੀਂ ਵੱਡੀ ਗੱਲ ਕਰਦੇ ਹਾਂ। ਤੇ ਉਹ ਕਿਹੜੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਤੇ ਕੋਈ ਪੈਸਾ ਲਾਏਗਾ, ਆਪਣੀ ਲੈਬੋਰੇਟਰੀ ਦਾ ਟਾਈਮ ਲਾਏਗਾ ਤੇ ਪ੍ਰਯੋਗ ਕਰੇਗਾ? ਉਹ ਸਮਾਂ ਤੇ ਲੰਘ ਗਿਆ ਕਿ ਮੈਂ ਆਪ ਹੀ ਵਿਚਾਰ ਦਿੱਤਾ ਤੇ ਆਪ ਹੀ ਛੋਟਾ ਜਿਹਾ ਪ੍ਰਯੋਗ ਕਰ ਲਿਆ। ਪ੍ਰਯੋਗ ਤਾਂ ਕਿ ਇਹੋ ਜਿਹੇ ਹੁੰਦੇ ਆ ਜਿਨ੍ਹਾਂ 'ਚ 100 ਵਿਗਿਆਨੀ ਲੱਗ ਕੇ ਕੰਮ ਕਰਦੇ ਆ। ਹੁਣ ਇਹ ਕਿਸ ਤਰ੍ਹਾਂ ਪਤਾ ਲੱਗੇ
ਕਿ ਜਿਹੜਾ ਮੈਂ ਕੋਈ ਪਰਚਾ ਲਿਖਿਆ ਹੈ ਜਾਂ ਮੈਂ ਜਿਹੜੀ ਕੋਈ ਗੱਲ ਕਰ ਰਿਹਾ ਇਹ ਕਿੰਨੀ ਕੁ ਮਹੱਤਵਪੂਰਨ ਹੈ ਕਿ ਇਹਦੇ ਉੱਤੇ ਕੋਈ ਹੋਰ ਵਿਗਿਆਨੀ ਜਾਂ ਇੱਕ ਵਿਗਿਆਨੀਆਂ ਦਾ ਦਲ ਇਹ ਤੇ ਕੰਮ ਕਰਨਾ ਸ਼ੁਰੂ ਕਰ ਦੇਵੇ ਤੇ ਵੇਖੇ ਵੀ ਇਹ ਠੀਕ ਹੈ ਕਿ ਨਹੀਂ ਪ੍ਰਯੋਗ ਕਰ। ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਸੈਂਕੜੇ ਵਿਗਿਆਨੀ ਨੇ, ਸੈਂਕੜੇ ਉਹਨਾਂ ਕੋਲ ਵਿਚਾਰ ਨੇ। ਇਹਦੇ ਵਿੱਚ ਇੱਕ ਤੀਜੀ ਗੱਲ ਆਉਂਦੀ ਹੈ ਜਿਹਦੇ ਕਰਕੇ ਵਿਗਿਆਨ ਬਹੁਤ ਛੇਤੀ ਤਰੱਕੀ ਕਰਦਾ ਹੈ, ਔਰ ਉਹ ਗੱਲ ਇਹ ਹੈ ਕਿ ਅਸੀਂ ਰਲ ਕੇ ਚੱਲਦੇ ਹਾਂ। ਜੇ ਇੱਕ ਵਿਗਿਆਨੀ ਕੋਈ ਕੰਮ ਕਰਦਾ ਹੈ ਤੇ ਉਹਦੇ ਕੰਮ ਨੂੰ ਤਾਂ ਲੇਖਾ ਜੋਖਾ ਕਰਨ ਲਈ ਬਾਕੀ ਵਿਗਿਆਨੀ ਉਹਦੇ ਕੰਮ ਨੂੰ ਪੜ੍ਹਦੇ, ਉਹਦੇ ਕੰਮ ਨੂੰ ਪੜ੍ਹ ਕੇ ਆਪਣੇ ਵਿਚਾਰ ਉਹਦੇ ਤੇ ਦੱਸਦੇ ਆ ਤੇ ਉਸ ਬਹਿਸ ਮੁਬਹਿਸੇ ਚੋਂ ਫਿਰ ਅਸੀਂ ਉਹ ਵਿਚਾਰ ਸਾਹਮਣੇ ਲਿਆਉਂਦੇ ਆ ਜਿਹਦੇ ਨਾਲ ਜ਼ਿਆਦਾਤਰ ਵਿਗਿਆਨੀ ਸਹਿਮਤ ਹੁੰਦੇ ਆ। ਸੋ ਵਿਗਿਆਨੀਆਂ ਦੀ ਸਹਿਮਤੀ, ਵਿਗਿਆਨ ਵਿਗਿਆਨੀਆਂ ਦੀ ਸਹਿਮਤੀ ਨਾਲ ਚੱਲਦਾ ਹੈ। ਜਦੋਂ ਵੀ ਅਸੀਂ ਕੋਈ ਨਵਾਂ ਕੰਮ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਬਾਕੀ ਵਿਗਿਆਨੀਆਂ ਦੇ ਸਾਹਮਣੇ ਲਿਆਉਂਦੇ ਹਾਂ ਤੇ ਜੇ ਉਹਨਾਂ ਦੀ ਸਹਿਮਤੀ ਮਿਲਦੀ ਹੈ ਫਿਰ ਹੀ ਉਹ ਲੋਕਾਂ ਦੇ ਸਾਹਮਣੇ ਆਉਂਦਾ ਹੈ ਤੇ ਫਿਰ ਹੀ ਉਹਦੇ ਤੇ ਅਗਲੀ ਬਹਿਸ ਸ਼ੁਰੂ ਹੁੰਦੀ ਹੈ ਵੀ ਇਹ ਕਿੰਨਾ ਕੁ ਮਹੱਤਵਪੂਰਨ ਹੈ, ਇਹ ਠੀਕ ਹੈ ਕਿ ਕੀ ਇਹ ਗਲਤ ਹੈ। ਸੋ 3 ਸਤੰਭ ਨੇ ਵਿਗਿਆਨ ਦੇ। ਪਹਿਲਾ ਸਤੰਭ ਹੈ ਤਰਕ, ਦੂਜਾ ਸਤੰਭ ਹੈ ਪ੍ਰਯੋਗ ਤੇ ਤੀਜਾ ਸਤੰਭ ਹੈ ਕਿ ਅਸੀਂ ਵਿਗਿਆਨੀਆਂ ਦੇ ਦਲ ਨੂੰ ਨਾਲ ਲੈ ਕੇ ਚੱਲਣਾ ਹੈ। ਇਹ ਇਕੱਲੇ ਬੰਦੇ ਦੇ ਕਰਨ ਦਾ ਕੰਮ ਨਹੀਂ, ਔਰ ਇੱਕ ਦੂਜੇ ਦੀ ਜਿਹੜੀ ਕੰਮ ਦੀ ਪੜਚੋਲ ਕਰਨੀ, ਇੱਕ ਦੂਜੇ ਦੇ ਕੰਮ ਦੀ ਨੁਕਤਾਚੀਨੀ ਵੀ ਕਰਨੀ ਔਰ ਉਹਦੇ ਚੋਂ ਚੰਗੇ ਕੰਮ ਨੂੰ ਸਾਹਮਣੇ ਲਿਆਉਣਾ, ਇਹ ਰੋਜ਼ਮਰਾ ਦੇ ਵਿਗਿਆਨਿਕ ਜੀਵਨ 'ਚ ਅਸੀਂ ਕਰਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜਿਹੜੀ ਵਿਗਿਆਨਿਕ ਕੰਮ ਕਰਨ ਦੀ ਵਿਧੀ ਹੈ ਜਿਹਨੂੰ ਮੈਥਡ ਆਫ ਸਾਇੰਸ ਕਹਿੰਦੇ ਆ, ਇਹ ਬਹੁਤ ਵੱਖਰਾ ਹੈ। ਬਹੁਤ ਵਾਰੀ ਲੋਕ ਇਹ ਗੱਲ ਕਰਦੇ ਆ ਕਿ ਅਧਿਆਤਮ ਤੇ ਵਿਗਿਆਨ ਇੱਕੋ ਗੱਲ ਹੈ ਜੀ, ਸੱਚ ਦੀ ਖੋਜ ਹੈ ਦੋਵੇਂ। ਮੈਂ ਕਹਿੰਦਾ ਠੀਕ ਹੈ, ਅਧਿਆਤਮ ਨਾਲ ਵੀ ਲੋਕ ਸੱਚ ਦੀ ਸ਼ਾਇਦ ਖੋਜ ਕਰਨਾ ਚਾਹੁੰਦੇ ਆ, ਪਰ ਜਿਹੜੀ ਉਹਨਾਂ ਦੀ ਵਿਧੀ ਵਿਧਾਨ ਹੈ ਉਹ ਬਹੁਤ ਵੱਖਰਾ ਹੈ। ਉਹ ਇਹ ਵਿਧੀ ਵਿਧਾਨ ਨਹੀਂ ਹੈ ਜਿਹਦੀ ਮੈਂ ਗੱਲ ਕੀਤੀ ਹੈ। ਦੂਸਰੀ ਗੱਲ ਇਹ ਹੈ ਕਿ ਵਿਗਿਆਨ ਵਿੱਚ ਮੋਟੀ ਜੀ ਗੱਲ ਨਹੀਂ ਕੀਤੀ ਜਾਂਦੀ, ਵਿਗਿਆਨ ਬਹੁਤ ਬਰੀਕੀ 'ਚ ਚੱਲਦਾ ਹੈ। ਅਸੀਂ ਕਹਿੰਦੇ ਹਾਂ ਕਿ ਯੂਨੀਵਰਸ ਜਿਹੜਾ ਹੈ ਉਹ ਬਾਹਰ ਵੱਲ ਨੂੰ ਵੱਧ ਰਿਹਾ ਹੈ, ਐਕਸਪੈਂਡ ਕਰ ਰਿਹਾ ਹੈ, ਬ੍ਰਹਿਮੰਡ। ਇੰਨੀ ਗੱਲ ਨਹੀਂ ਹੈ। ਅਸੀਂ ਉਹ 'ਚ ਅੱਗੇ ਜਾ ਕੇ ਦੱਸਾਂਗੇ ਕਿ ਉਹ ਸਮੇਂ ਦੇ ਪ੍ਰਪੋਰਸ਼ਨਲ ਬਾਹਰ ਨੂੰ ਜਾ ਰਿਹਾ ਹੈ ਜਾਂ ਉਹ ਸਮੇਂ ਦੇ ਸਕੁਅਰ ਨਾਲ ਜਾ ਰਿਹਾ ਹੈ ਜਾਂ ਉਹ 1 ਮਿੰਟ 'ਚ ਇੰਨੇ % ਵੱਧਦਾ ਹੈ। ਇੱਕ ਕੁਆਂਟੀਟੇਟਿਵ ਨੌਲੇਜ ਅਸੀਂ ਬਣਾਉਂਦੇ ਹਾਂ। ਅਸੀਂ ਮੋਟੀ ਜੀ ਗੱਲ ਨਹੀਂ ਕਰਦੇ ਕਿ ਬ੍ਰਹਿਮੰਡ ਬਹੁਤ ਵੱਡਾ ਹੈ, ਉਹ ਲੱਖਾਂ ਕਰੋੜਾਂ ਨੇ, ਉਹ ਬਾਹਰ ਵੱਲ ਨੂੰ, ਇਹ ਨਹੀਂ ਗੱਲ। ਉਹ ਵਿਗਿਆਨ ਨਹੀਂ ਹੈ। ਵਿਗਿਆਨ ਉਹਦੇ ਵਿੱਚ ਜਾ ਕੇ ਉਹਨੂੰ ਸੂਤਰਬੱਧ ਕਰਕੇ ਉਹਦੇ ਵਿੱਚੋਂ ਉਹ ਨਿਯਮਾਂ ਨਾਲ ਲੱਭਣਾ। ਔਰ ਦੋ ਵਿਗਿਆਨਿਕ ਧਾਰਨਾਵਾਂ ਦੋਵੇਂ ਇਹ ਕਹਿੰਦੀਆਂ ਹੋ ਸਕਦੀਆਂ ਕਿ ਬ੍ਰਹਿਮੰਡ ਬਾਹਰ ਵੱਲ ਨੂੰ ਜਾ ਰਿਹਾ ਹੈ, ਪਰ ਕਿੰਨਾ ਬਾਹਰ ਵੱਲ ਨੂੰ ਜਾ ਰਿਹਾ, ਕਿੰਨੇ ਦੇ ਆਧਾਰ ਤੇ ਅਸੀਂ ਇੱਕ ਨੂੰ ਨਕਾਰ ਦਿਆਂਗੇ ਤੇ ਦੂਜੇ ਨੂੰ ਅਪਣਾ ਲਾਂਗੇ। ਸੋ ਬੜੀ ਪ੍ਰੀਸਾਈਜ਼, ਇੱਕ ਬਿਲਕੁਲ ਬੱਝਿਆ ਹੋਇਆ ਗਿਆਨ ਹੈ, ਉਹਨੂੰ ਅਸੀਂ ਵਿਗਿਆਨ ਕਹਿੰਦੇ ਹਾਂ। ਮੋਟੀ ਜੀ ਗੱਲ ਨੂੰ ਅਸੀਂ ਵਿਗਿਆਨ ਨਹੀਂ ਕਹਿੰਦੇ। ਤਾਂ ਅੱਜ ਦਾ ਵਿਸ਼ਾ ਇਹ ਸੀ। ਹੁਣ ਮੈਂ ਤੁਹਾਨੂੰ ਇਹ ਦੱਸਿਆ ਕਿ ਵਿਗਿਆਨ ਕੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਗਿਆਨ ਨੂੰ ਅਸੀਂ ਵਿਦਿਆ ਨਾਲ ਜਾਂ ਐਜੂਕੇਸ਼ਨ ਨਾਲ ਕਿਵੇਂ ਜੋੜ ਸਕਦੇ ਹਾਂ। ਸੋ ਗੱਲ ਇਸ ਵੇਲੇ ਤਰਾਸਦੀ ਹੈ ਕਿ ਵਿਗਿਆਨ ਦੇ ਵਿਸ਼ੇ ਵੀ ਵਿਗਿਆਨਿਕ ਸੋਚ ਨਾਲ ਨਹੀਂ ਪੜ੍ਹਾਏ ਜਾ ਰਹੇ। ਤਾਂ ਮੈਂ ਤੇ ਕਹਾਂਗਾ ਕਿ ਭਾਵੇਂ ਅਸੀਂ ਭਾਸ਼ਾ ਪੜ੍ਹਾਉਣੀ ਹੋਵੇ ਤੇ ਭਾਵੇਂ ਅਸੀਂ ਪੜ੍ਹਾਉਣਾ ਹੋਵੇ ਸਾਹਿਤ ਜਾਂ ਅਸੀਂ ਪੜ੍ਹਾਉਣਾ ਹੋਵੇ ਇਤਿਹਾਸ, ਉਹ ਸਾਰੇ ਹੀ ਸਾਨੂੰ ਵਿਗਿਆਨਿਕ ਵਿਧੀ ਨਾਲ ਪੜ੍ਹਾਉਣੇ ਚਾਹੀਦੇ, ਕਿਉਂਕਿ ਵਿਗਿਆਨਿਕ ਵਿਧੀ ਦੇ ਜਿਹੜੇ 3 ਸਤੰਭ ਨੇ, ਤਰਕ ਸੰਗਤ ਤੇ ਪ੍ਰਮਾਣ ਤੇ ਪ੍ਰਯੋਗ ਸੰਗਤ ਤੇ ਰਲ ਮਿਲ ਕੇ ਇੱਕ ਦੂਜੇ ਦੇ ਗੱਲ ਨੂੰ ਦੇ ਉੱਤੇ ਪੜਚੋਲ ਕਰਕੇ ਅੱਗੇ ਵਧਣਾ, ਇਹ ਤੇ ਅਸੀਂ ਆਪਣੇ ਕਲਾਸਰੂਮ 'ਚ ਸਿੱਧਾ ਹੀ ਲਿਜਾ ਸਕਦੇ ਹਾਂ। ਮੈਂ ਤੇ ਕਰਕੇ ਵੀ ਵੇਖਿਆ ਹੈ ਕਿ ਵਿਦਿਆਰਥੀਆਂ ਨੂੰ ਕੁਝ ਵੀ ਨਾ ਦੱਸੋ, ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਪੁੱਛੋ ਕਿ ਕੀ ਠੀਕ ਹੈ, ਤੇ ਸਿਰਫ ਇੱਕ ਮੋਡਰੇਟਰ ਦੇ ਤੌਰ ਤੇ ਜੇ ਤੁਸੀਂ ਕਲਾਸ 'ਚ ਵਿਚਰੋ ਤੇ ਹੌਲੀ ਹੌਲੀ ਵਿਦਿਆਰਥੀ ਗਿਆਨ ਬਣਾਉਣ ਲੱਗ ਪੈਂਦੇ। ਤੁਸੀਂ ਉਹਨਾਂ ਨੂੰ ਵਿਧੀ ਵਿਧਾਨ ਦੱਸ ਦਿਓ, ਜੋ 5 ਗੱਲਾਂ ਕਰਦੇ ਨੇ 5 ਦੀਆਂ 5 ਬਲੈਕ ਬੋਰਡ ਤੇ ਲਿਖ ਦਿਓ। ਫਿਰ ਉਹਦੇ ਬਾਰੇ ਤਰਕ ਦੀ ਗੱਲ ਕਰੋ ਵੀ ਤੁਸੀਂ ਇਹ ਗੱਲ ਕਿਉਂ ਕੀਤੀ, ਉਹਨਾਂ ਦਾ ਤਰਕ ਵੀ ਲਿਖ ਦਿਓ। ਫਿਰ ਜਿਹੜੀਆਂ ਤਰਕ ਸੰਗਤ ਨਹੀਂ ਆ ਉਹ ਕੱਟ ਦਿਓ, ਜਿਹੜੀਆਂ ਤਰਕ ਸੰਗਤ ਨੇ ਉਹ ਲਿਖ ਦਿਓ। ਇੱਕ ਅੱਧੀ ਆਪਣੇ ਕੋਲੋਂ ਤਰਕ ਸੰਗਤ ਹੋਰ ਜੋੜ ਦਿਓ। ਫਿਰ ਉਹਨਾਂ ਦੇ ਹਿਸਾਬ ਨਾਲ ਪ੍ਰਮਾਣ ਤੇ ਪ੍ਰਯੋਗ ਕਰੋ। ਫਿਰ ਉਹਨਾਂ ਚੋਂ ਕੁਝ ਨਿਕਲ ਆਉਣਗੀਆਂ ਤੇ ਫਿਰ ਸਾਰਿਆਂ ਨੂੰ ਪੁੱਛੋ ਵੀ ਇਹਨਾਂ ਚੋਂ ਵਧੀਆ ਕਿਹੜੀ ਹੈ। ਕਰ ਕਰਾ ਕੇ ਉਹ ਗਿਆਨ ਬਣਾਉਣ ਦਾ ਕੰਮ ਅਸੀਂ ਕਲਾਸਰੂਮ 'ਚ ਵੀ ਕਰ ਸਕਦੇ ਹਾਂ, ਔਰ ਹਰ ਵਿਸ਼ੇ ਨੂੰ ਅਸੀਂ ਇਹਦੇ ਨਾਲ ਜੋੜ ਸਕਦੇ ਹਾਂ। ਪਹਿਲੀ ਗੱਲ ਤੇ ਮੈਂ ਇਹ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸਾਂ ਕਿ ਕਿਉਂ ਨਾ ਅਸੀਂ
ਵਿਦਿਆ ਨੂੰ ਵਿਗਿਆਨ ਨਾਲ ਜੋੜੀਏ ਔਰ ਵਿਗਿਆਨਕ ਢੰਗ ਨਾਲ ਪੜ੍ਹਾਉਣਾ ਸ਼ੁਰੂ ਕਰੀਏ, ਤਾਂ ਕਿ ਸਾਰੇ ਵਿਸ਼ਿਆਂ ਦੇ ਅੰਦਰ ਜੋ ਅਸਲੀ ਗੱਲ ਛੁਪੀ ਹੋਈ ਹੈ ਉਹ ਸਹੀ ਢੰਗ ਨਾਲ ਬਾਹਰ ਆ ਸਕੇ। ਦੂਸਰੀ ਗੱਲ ਇਹ ਹੈ ਕਿ ਵਿਦਿਆ ਜਿਹੜੀ ਹੈ ਇਹਦਾ ਅਸਲ ਦੇ ਵਿੱਚ ਮੰਤਵ ਹੈ ਕੀ, ਇਹਨੂੰ ਸਮਝਣ ਦੀ ਬਹੁਤ ਲੋੜ ਹੈ। ਤੇ ਵਿਗਿਆਨਕ ਵਿਦਿਆ ਦਾ ਮੰਤਵ ਕੀ ਹੈ? ਕੀ ਅਸੀਂ ਵਿਗਿਆਨ ਇਸ ਕਰਕੇ ਪੜ੍ਹਦੇ ਹਾਂ ਕਿ ਸਾਨੂੰ ਕੋਈ ਨੌਕਰੀ ਮਿਲ ਜੇ ਜਾਂ ਸਾਨੂੰ ਕੋਈ ਤਨਖਾਹ ਮਿਲੇ? ਉਹ ਤਾਂ ਆਪਣੀ ਥਾਂ ਤੇ ਗੱਲ ਵੱਖਰੀ ਹੈ, ਜਾਂ ਅਸੀਂ ਵਿਗਿਆਨੀ ਬਣ ਜਾਈਏ। ਵਿਗਿਆਨ ਪੜ੍ਹਨ ਤੋਂ ਬਾਅਦ ਸਾਡਾ ਇੱਕ ਕਿਸਮ ਦਾ ਇੰਪਾਵਰਮੈਂਟ ਹੋ ਜਾਂਦੀ ਹੈ, ਸਾਨੂੰ ਇੱਕ ਤਾਕਤ ਮਿਲ ਜਾਂਦੀ ਹੈ ਕੁਦਰਤੀ, ਮਨੁੱਖੀ, ਸੋਸ਼ਲ, ਸਿਆਸੀ ਔਰ ਆਲੇ ਦੁਆਲੇ ਦੇ ਸਾਰੇ ਵਰਤਾਰਿਆਂ ਨੂੰ ਇੱਕ ਨਜ਼ਰੀਏ ਤੋਂ ਵੇਖ ਕੇ ਉਹਨਾਂ ਦੀ ਡੂੰਘਾਈ ਵਿੱਚ ਜਾ ਕੇ ਪੜਚੋਲ ਕਰਨ। ਸੋ ਜਦੋਂ ਅਸੀਂ ਵਿਗਿਆਨਕ ਢੰਗ ਨਾਲ ਆਪਣੇ ਵਿਸ਼ੇ ਪੜ੍ਹਾਵਾਂਗੇ ਤੇ ਸਾਡੇ ਵਿਦਿਆਰਥੀ ਵਿੱਚ ਵੀ ਇਹ ਗੱਲ ਆ ਜਾਏਗੀ ਔਰ ਫਿਰ ਉਹ ਪੜਚੋਲ ਕਰੇਗਾ ਤੇ ਉਹ ਪੜਚੋਲ ਨਾਲ ਉਹ ਅੱਗੇ ਵਧੇਗਾ ਤੇ ਜਿਹੜੇ ਵੀ ਉਹ ਫੀਲਡ ਵਿੱਚ ਜਾਏਗਾ, ਜਿਸ ਪਾਸੇ ਨੂੰ ਵੀ ਉਹ ਤੁਰੇਗਾ, ਉਹਦੇ ਵਿੱਚ ਉਹ ਅੱਗੇ ਵਧ ਕੇ ਨਵਾਂ ਗਿਆਨ ਬਣਾਉਣ ਨਾਲ ਜੁੜੇਗਾ। ਦੂਸਰਾ ਇਹ ਹੈ ਕਿ ਮੰਨ ਲਓ ਕਿ ਸਾਡੇ ਆਲੇ ਦੁਆਲੇ ਕੋਈ ਵਰਤਾਰਾ ਹੋ ਰਿਹਾ ਹੈ ਤੇ ਉਹਨੂੰ ਅਸੀਂ ਜਾਣਨਾ ਚਾਹੁੰਦੇ ਹਾਂ, ਤੇ ਅਸੀਂ ਇਹ ਵਿਗਿਆਨਕ ਵਿਧੀ ਉਹਦੇ ਤੇ ਲਾਗੂ ਕਰ ਸਕਦੇ ਹਾਂ। ਜਿਹੜੇ ਨਤੀਜੇ ਨਿਕਲਣਗੇ ਉਹ ਠੀਕ ਹੋਣਗੇ ਔਰ ਉਹਨਾਂ ਦੇ ਆਧਾਰ ਤੇ ਅਸੀਂ, ਭਾਵੇਂ ਸਰਕਾਰ ਦੀ ਪਾਲਿਸੀ ਹੋਵੇ, ਭਾਵੇਂ ਕੋਈ ਇੰਡਸਟਰੀ ਹੋਵੇ ਜਿਹੜੀ ਪੋਲਿਊਸ਼ਨ ਕ੍ਰੀਏਟ ਕਰ ਰਹੀ ਹੈ, ਜਾਂ ਕੋਈ ਇਕਨੋਮਿਕ ਮਾਡਲ ਹੋਵੇ, ਉਹਨਾਂ ਸਾਰਿਆਂ ਨੂੰ ਹੀ ਇਸ ਤਰ੍ਹਾਂ ਦੀ ਕਸੌਟੀ ਤੇ ਪਰਖ ਸਕਦੇ। ਦੂਸਰਾ, ਜਦੋਂ ਪਹਿਲੀ ਗੱਲ ਮੈਂ ਜਿਹੜੀ ਕੀਤੀ ਸੀ ਕਿ ਜਦੋਂ ਅਸੀਂ ਵਿਗਿਆਨ ਨੂੰ ਭਾਸ਼ਾ ਦੇ ਰੂਪ 'ਚ ਸਾਹਮਣੇ ਲਿਆਵਾਂਗੇ ਤੇ ਉਹਦਾ ਜੁੜਾਵ ਬਾਕੀ ਵਿਸ਼ਿਆਂ ਨਾਲ ਬਣੇਗਾ। ਇਸੇ ਤਰ੍ਹਾਂ ਹੀ ਹਿਸਾਬ ਦੀ ਗੱਲ ਹੈ ਕਿ ਹਿਸਾਬ ਵੀ ਇੱਕ ਭਾਸ਼ਾ ਹੈ ਔਰ ਵਿਗਿਆਨ ਤੋਂ ਥੋੜਾ ਜਿਹਾ ਅਲੱਗ ਹੈ ਭਾਵੇਂ ਹਿਸਾਬ, ਪਰ ਮਨੁੱਖ ਨੇ ਹੀ ਹਿਸਾਬ ਘੜਿਆ ਹੈ ਤੇ ਉਸ ਘੜਨ ਦੀ ਪ੍ਰਕਿਰਿਆ ਨਾਲ ਹੀ ਅਸੀਂ ਹੌਲੀ ਹੌਲੀ ਅੱਗੇ ਵਧੇ ਹਾਂ ਤੇ ਹੁਣ ਬਹੁਤ ਵੱਡੇ ਲੈਵਲ ਤੇ, ਬਹੁਤ ਜਿਹਨੂੰ ਕਹਿੰਦੇ ਬਰੀਕੀ ਵਾਲਾ ਹਿਸਾਬ, ਮੈਥਮੈਟਿਕਸ ਸਾਡੇ ਸਾਹਮਣੇ ਆ ਗਿਆ ਹੈ। ਪਰ ਨਿਕਲਿਆ ਇਹ ਵੀ ਮਨੁੱਖ ਦੀ ਭਾਸ਼ਾ ਵਾਲੀ ਗੱਲ ਚੋਂ ਹੈ ਕਿ ਪਤਾ ਨਹੀਂ ਸੀ ਲੱਗਦਾ ਕਿ ਕਿੰਨੇ ਗੰਨੇ ਹੈ, ਕਿੰਨੀਆਂ ਮੱਝਾਂ ਬੰਨ ਲੀਆਂ, ਬੰਦੇ ਨੂੰ ਗੁਣਨਾ ਨਹੀਂ ਸੀ ਆਉਂਦਾ। ਹੌਲੀ ਹੌਲੀ ਉਹਨੇ ਜਦੋਂ ਵੇਖਿਆ ਵੀ ਜਦੋਂ ਅਸੀਂ ਗਿਣਤੀ ਕਰ ਲੈਂਦੇ ਹਾਂ ਤੇ ਮੁੜ ਕੇ ਉਹ ਗੱਲ ਅਗਲੇ ਨੂੰ ਦੱਸਣੀ ਸੌਖੀ ਹੋ ਜਾਂਦੀ ਹੈ, ਸਮਾਨ ਦੇਣਾ ਲੈਣਾ ਸੌਖਾ ਹੋ ਜਾਂਦਾ ਹੈ ਔਰ ਅਸੀਂ ਉਹਦਾ ਹਿਸਾਬ ਕਿਤਾਬ ਰੱਖਣਾ ਸੌਖਾ ਹੋ ਜਾਂਦਾ ਹੈ। ਸਾਰਾ ਹਿਸਾਬ ਵੀ ਇਸੇ ਗੱਲ ਚੋਂ ਹੀ ਨਿਕਲਿਆ। ਸੋ ਇੱਕ ਸੰਪੰਨ ਕਿਸਮ ਦਾ ਮਨੁੱਖ ਪੈਦਾ ਹੋਏਗਾ ਸਾਡੀ ਵਿਦਿਅਕ ਪ੍ਰਣਾਲੀ ਚੋਂ ਜੇ ਅਸੀਂ ਵਿਗਿਆਨਕ ਢੰਗਾਂ ਨੂੰ ਅਪਣਾਈਏ। ਵਿਦਿਆ ਦੀ ਗੱਲ ਕਰਦੇ ਹੋਏ ਇੱਕ ਗੱਲ ਹੋਰ ਰੱਖਣੀ ਚਾਹਾਂਗਾ ਤੁਹਾਡੇ ਸਾਹਮਣੇ ਕਿ ਪਿੱਛੇ ਜੇ ਮੈਂ ਇੱਕ ਸਵਾਲ ਆਪਣੇ ਆਪ ਨੂੰ ਪੁੱਛਿਆ ਸੀ ਤੇ ਫਿਰ ਹੋਰ ਬਹੁਤ ਲੋਕਾਂ ਨੂੰ ਵੀ ਪੁੱਛਿਆ ਕਿ ਸਭ ਤੋਂ ਮੁਸ਼ਕਿਲ ਕੀ ਹੈ ਸਿੱਖਣਾ ਮਨੁੱਖ ਲਈ। ਕਿਉਂਕਿ ਵਿਗਿਆਨ ਦਾ ਇੱਕ ਹੋਰ ਪੱਖ ਹੈ, ਚੌਥਾ ਪੱਖ ਹੈ ਕਿ ਸਵਾਲ ਪੁੱਛਣੇ। ਆਪ ਵੀ ਸਵਾਲ ਪੁੱਛਦੇ ਰਹਿਣਾ, ਲੋਕਾਂ ਨੂੰ ਵੀ ਪੁੱਛਦੇ ਰਹਿਣਾ, ਆਪਣੇ ਆਪ ਨੂੰ ਵੀ ਪੁੱਛਦੇ ਰਹਿਣਾ, ਆਪਣੇ ਵਿਦਿਆਰਥੀਆਂ ਨੂੰ ਵੀ ਪੁੱਛਦੇ ਰਹਿਣਾ ਤੇ ਆਪਣੇ ਵਿਦਿਆਰਥੀਆਂ ਨੂੰ ਇਸ ਗੱਲ ਦੇ ਕਾਬਿਲ ਬਣਾਉਣਾ ਕਿ ਉਹ ਕਲਾਸ ਵਿੱਚ ਵੀ ਸਵਾਲ ਪੁੱਛ ਸਕਣ, ਉਹ ਹੋਰਨਾਂ ਭਾਸ਼ਣਾਂ ਲੈਕਚਰਾਂ 'ਚ ਸਵਾਲ ਪੁੱਛ ਸਕਣ, ਸਮਾਜ 'ਚ ਸਵਾਲ ਪੁੱਛ ਸਕਣ, ਹਰ ਥਾਂ ਦੇ ਉੱਤੇ ਸਵਾਲ ਪੁੱਛ ਸਕਣ। ਸਵਾਲ ਪੁੱਛਣਾ ਹੀ ਵਿਗਿਆਨ ਦੀ ਅਸਲ ਦੇ ਵਿੱਚ ਸ਼ੁਰੂਆਤ ਹੈ। ਅਸੀਂ ਕਹਿੰਦੇ ਕਿ ਵਿਗਿਆਨ, ਮੈਂ ਤੁਹਾਨੂੰ ਦੱਸਿਆ ਪਹਿਲੇ ਕਿ ਵਿਗਿਆਨ ਕੀ ਹੈ, ਪਰ ਵਿਗਿਆਨ ਦਾ ਮੁੱਢ ਕੀ ਹੈ? ਵਿਗਿਆਨ ਦਾ ਮੁੱਢ ਮਨੁੱਖ ਦੀ ਜਿਗਿਆਸਾ ਹੈ। ਜਿਹੜੀ ਮਨੁੱਖ ਦੀ ਦੁਨੀਆ ਬਾਰੇ ਜਿਗਿਆਸਾ ਹੈ ਉਹਦੇ ਚੋਂ ਹੀ ਵਿਗਿਆਨ ਨਿਕਲਦਾ ਹੈ ਔਰ ਸਭ ਤੋਂ ਪਹਿਲਾਂ ਅਸੀਂ ਸਵਾਲ ਪੁੱਛਦੇ ਹਾਂ ਤੇ ਹੌਲੀ ਹੌਲੀ ਸਾਨੂੰ ਜਵਾਬ ਮਿਲਦੇ। ਸੋ ਜਿਹੜੀ ਸਵਾਲ ਪੁੱਛਣ ਦੀ ਪ੍ਰਕਿਰਿਆ ਹੈ, ਇਹ ਜਦੋਂ ਅਸੀਂ ਆਪਣੀ ਵਿਦਿਅਕ ਪ੍ਰਣਾਲੀ ਵਿੱਚ ਲੈ ਆਵਾਂਗੇ ਤੇ ਉਹਦਾ ਵੀ ਸਾਨੂੰ ਡੂੰਘੇ ਰੂਪ 'ਚ ਫਾਇਦਾ ਹੋਏਗਾ। ਤਾਂ ਮੈਂ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ ਕਿ ਮਨੁੱਖ ਵਾਸਤੇ ਸਭ ਤੋਂ ਔਖਾ ਕੀ ਹੈ ਸਿੱਖਣਾ। ਸੋਚਦਿਆਂ ਮੈਂ ਬੜਾ ਸੋਚਿਆ ਇਹਦੇ ਬਾਰੇ 'ਚ ਤੇ ਮੈਂ ਜੋ ਜਵਾਬ ਲੱਭਿਆ, ਬਾਅਦ ਵਿੱਚ ਮੈਂ ਹੋਰ ਵਿਦਵਾਨਾਂ ਨਾਲ ਵੀ ਗੱਲ ਕੀਤੀ ਤੇ ਉਹ ਜਵਾਬ ਠੀਕ ਹੀ ਲੱਭ ਗਿਆ ਮੈਨੂੰ ਕਿ ਤੁਰਨਾ ਤੇ ਬੋਲਣਾ। ਜੇ ਮਨੁੱਖ ਦੇ ਬੱਚੇ ਨੂੰ ਮਨੁੱਖ ਦੀ ਸੰਗਤ 'ਚ ਨਾ ਰੱਖੋ ਤੇ ਉਹ ਚਾਰ ਪੈਰਾਂ ਤੇ ਤੁਰੇਗਾ, ਉਹ ਉੱਠ ਕੇ ਖਲੋਏਗਾ ਨਹੀਂ। ਬੱਚੇ ਨੂੰ ਅਸੀਂ ਸਿਖਾਉਨੇ ਆ ਤੁਰਨਾ। ਮਨੁੱਖ ਦਾ ਬੱਚਾ ਹੀ ਹੈ। ਵੇਖੋ ਜੀ, ਤੁਸੀਂ ਪਤਾ ਨਹੀਂ ਪਿੰਡਾਂ 'ਚ ਰਹਿਣ ਵਾਲੇ ਕਿੰਨੇ ਕੁ ਲੋਕ ਹੋ, ਜੇ ਤੁਸੀਂ ਵੇਖੋ ਕੱਟਾ ਕੱਟੀ ਜੰਮਦਾ ਹੈ ਤੇ 5 ਮਿੰਟ ਬਾਅਦ ਉੱਠ ਕੇ ਤੁਰ ਪੈਂਦਾ, ਕੋਈ ਨਹੀਂ ਉਹਨੂੰ ਤੁਰਨਾ ਸਿਖਾਉਂਦਾ। ਉਹ ਝਾਟੀ ਲੱਭ ਵੀ ਲੈਂਦਾ ਕਿ ਮੈਂ ਦੁੱਧ ਕਿੱਥੋਂ ਚੁੰਗਣਾ। ਪਰ ਮਨੁੱਖ ਦਾ ਬੱਚਾ ਜਿਹੜਾ ਹੈ ਉਹ ਆਪ ਤੁਰਨਾ ਵੀ ਨਹੀਂ ਸਿੱਖ ਸਕਦਾ, ਬੋਲਣਾ ਤੇ ਬੜੀ ਦੂਰ ਦੀ ਗੱਲ ਹੈ।
ਤੇ ਜੇ ਉਹਨੂੰ ਬੋਲੀ ਨਾ ਸਿਖਾਈ ਜਾਵੇ 20 ਸਾਲ ਦੀ ਉਮਰ ਤੱਕ ਤੇ ਉਹ ਬੋਲੀ ਵੀ ਨਹੀਂ ਸਿੱਖਦਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾ ਤੇ ਅਸੀਂ ਟੀਚਰ ਰੱਖ ਕੇ ਤੁਰਨਾ ਸਿਖਾਉਂਦੇ ਹਾਂ ਤੇ ਨਾ ਹੀ ਅਸੀਂ ਟੀਚਰ ਰੱਖ ਕੇ ਬੋਲਣਾ ਸਿਖਾਉਂਦੇ ਹਾਂ। ਮਨੁੱਖ ਦਾ ਹਰ ਬੱਚਾ ਹੀ ਤੁਰਨਾ ਵੀ ਸਿੱਖ ਲੈਂਦਾ ਤੇ ਬੋਲਣਾ ਵੀ ਸਿੱਖ ਲੈਂਦਾ। ਸਭ ਤੋਂ ਔਖੇ ਕੰਮ ਸਾਰੇ ਮਨੁੱਖ ਸਿੱਖ ਲੈਂਦੇ। ਜਦੋਂ ਮੈਂ ਸੋਚਿਆ ਤੇ ਮੈਂ ਕਿਹਾ ਕਿ ਐਵੇਂ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਇਹ ਬੈਕ ਬੈਂਚਰ ਹੈ, ਇਹ ਡਲ ਹੈ, ਇਹਨੂੰ ਕੁਝ ਆਉਂਦਾ ਨਹੀਂ, ਉਹ ਵੀ ਤੁਰਦਾ ਹੈ, ਉਹ ਵੀ ਬੋਲਦਾ ਹੈ, ਸਭ ਤੋਂ ਮੁਸ਼ਕਿਲ ਕੰਮ ਤੇ ਉਹਨੇ ਸਿੱਖ ਲਏ ਤੇ ਬਾਕੀ ਸਾਰੀ ਵਿੱਦਿਆ ਤੇ ਸੌਖੀ ਹੈ। ਸੋ ਮੈਨੂੰ ਬਹੁਤ ਇਸ ਸਵਾਲ ਦੇ ਜਵਾਬ ਚੋਂ ਮੈਨੂੰ ਬਹੁਤ ਕੁਝ ਲੱਭਿਆ, ਕਿਉਂਕਿ ਮੈਂ ਵਿਗਿਆਨਕ ਢੰਗ ਨਾਲ ਇਹਨੂੰ ਫਰੋਲਿਆ। ਤੇ ਦੂਸਰੀ ਗੱਲ ਇਹ ਲੱਭੀ ਕਿ ਇਹਦਾ ਮਤਲਬ ਇਹ ਹੈ ਕਿ ਅਸੀਂ ਸੋਚ ਸਮਝ ਕੇ ਸਿਖਾ ਵੀ ਨਹੀਂ ਰਹੇ ਹੁੰਦੇ ਤੇ ਇੰਨੀਆਂ ਸਭ ਤੋਂ ਔਖੀਆਂ ਗੱਲਾਂ ਮਨੁੱਖ ਦਾ ਬੱਚਾ ਸਿੱਖ ਲੈਂਦਾ ਹੈ। ਤੇ ਸ਼ਾਇਦ ਇਸ ਢੰਗ ਨੂੰ ਵੀ ਸਾਨੂੰ ਵਿੱਦਿਆ 'ਚ ਅਪਣਾਉਣਾ ਚਾਹੀਦਾ ਹੈ ਕਿ ਸਹਿਜ ਸੁਭਾਅ ਵੇਖਦੇ ਹੋਏ ਆਲੇ ਦੁਆਲੇ ਨੂੰ ਜਦੋਂ ਬੱਚਾ ਸਿੱਖਦਾ ਹੈ। ਤੇ ਇਸ ਕਰਕੇ ਜਿਹੜਾ ਅਧਿਆਪਕ ਹੈ ਉਹਦੇ ਕੋਲੋਂ ਵੀ ਬੱਚਾ ਜਾਂ ਵਿਦਿਆਰਥੀ ਸਿਰਫ ਉਹ ਨਹੀਂ ਸਿੱਖਦਾ ਜੋ ਉਹਨੂੰ ਪੜ੍ਹਾ ਰਿਹਾ ਹੁੰਦਾ ਹੈ, ਉਹਨੂੰ ਉਹਦੇ ਜੀਵਨ ਵੱਲ ਵੇਖ ਕੇ ਉਹ ਬਹੁਤ ਕੁਝ ਸਿੱਖਦਾ ਹੈ। ਇੱਕ ਰੋਲ ਮਾਡਲ ਦੇ ਤੌਰ ਤੇ ਵਿਦਿਆਰਥੀ ਸਾਨੂੰ ਲੈਂਦਾ ਹੈ। ਤੇ ਇਸ ਕਰਕੇ ਇਸ ਗੱਲ ਦਾ ਵੀ ਵਿੱਦਿਆ ਜਿਹੜੇ ਅਸੀਂ ਅਧਿਆਪਕ ਹਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਬਹੁਤ ਲੋੜ ਹੈ ਕਿ ਸਾਡੇ ਜੀਵਨ ਤੋਂ, ਜਿਵੇਂ ਅਸੀਂ ਆਪਣੇ ਅਧਿਆਪਕਾਂ ਗੁਰੂਆਂ ਦੇ ਜੀਵਨ ਤੋਂ ਇੰਨਾ ਕੁਝ ਸਿੱਖਦੇ ਹਾਂ, ਅਧਿਆਪਕਾਂ ਦੇ ਜੀਵਨ ਤੋਂ ਵੀ ਵਿਦਿਆਰਥੀ ਬਹੁਤ ਕੁਝ ਸਿੱਖਦੇ। ਸੋ ਵਿਗਿਆਨਕ ਢੰਗ ਨਾਲ ਜੇ ਅਸੀਂ ਵਿੱਦਿਆ ਬਾਰੇ ਵੀ ਸੋਚਣਾ ਸ਼ੁਰੂ ਕਰੀਏ ਤੇ ਸਾਨੂੰ ਪੜ੍ਹਾਉਣ ਦੇ ਵੀ ਬਹੁਤ ਸਾਰੇ ਨਵੇਂ ਤਰੀਕੇ ਲੱਭਣਗੇ। ਔਰ ਅਸੀਂ ਆਪਣੇ ਬਾਰੇ, ਆਪਣੇ ਪੜ੍ਹਾਉਣ ਬਾਰੇ, ਆਪਣੇ ਵਿਸ਼ੇ ਬਾਰੇ ਕਿਹੜੀ ਗੱਲ ਕਿਵੇਂ ਦੱਸਣੀ ਹੈ, ਕਿਵੇਂ ਸਮਝਾਉਣੀ ਹੈ, ਉਹਨੂੰ ਜਦੋਂ ਵਿਗਿਆਨਕ ਵਿਧੀ ਅਪਣਾ ਲਵਾਂਗੇ ਤੇ ਸਾਨੂੰ ਨਵੇਂ ਤਰੀਕੇ ਲੱਭਣਗੇ। ਫਿਰ ਅਸੀਂ ਉਹਨਾਂ ਨੂੰ ਸੂਤਰਬੱਧ ਕਰ ਸਕਦੇ ਹਾਂ ਔਰ ਫਿਰ ਅਸੀਂ ਦੂਸਰਾ ਵਿਗਿਆਨਕ ਤਰੀਕਾ ਵਰਤ ਸਕਦੇ ਹਾਂ ਕਿ ਇੱਕ ਦੂਜੇ ਨਾਲ ਰਲ ਕੇ, ਕਿਉਂਕਿ ਜਿਹਨੂੰ ਅਸੀਂ ਸਿਰਜਣਾ ਕਹਿੰਦੇ ਹਾਂ ਉਹ ਇੰਨੀ ਆਸਾਨ ਨਹੀਂ ਹੁੰਦੀ। ਹਰ ਦਿਨ ਨਹੀਂ ਬੰਦਾ ਸਿਰਜਣਾ ਕਰ ਸਕਦਾ, ਹਰ ਦਿਨ ਨਵੇਂ ਵਿਚਾਰ ਨਹੀਂ ਆਉਂਦੇ। ਤੇ ਜੇ ਮੰਨ ਲਓ ਮੈਂ ਇੱਕ ਕੋਰਸ ਪੜ੍ਹਾ ਰਿਹਾ ਮਕੈਨਿਕਸ ਦਾ ਤੇ ਮੈਨੂੰ ਕੁਝ ਵਿਚਾਰ ਆਏ ਨੇ ਨਵੇਂ ਢੰਗ ਨਾਲ ਪੜ੍ਹਾਉਣ ਦੇ, ਤੇ ਜੇ ਮੈਂ 2 4 10 20 ਹੋਰ ਅਧਿਆਪਕ ਜਿਹੜੇ ਮਕੈਨਿਕਸ ਪੜ੍ਹਾ ਰਹੇ ਹੈ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗਾ ਤੇ ਉਹਨਾਂ ਦੇ ਦਿਮਾਗ 'ਚ ਵੀ ਕੁਝ ਵਿਚਾਰ ਆਏ ਹੋਣਗੇ। ਉਹ ਵਿਚਾਰ ਮੇਰੇ ਵਿਚਾਰਾਂ ਤੋਂ ਵੱਖਰੇ ਹੋਣਗੇ ਤੇ ਰਲ ਕੇ ਸਾਨੂੰ, ਜੇ ਅਸੀਂ 10 ਜਣੇ ਰਲਾਂਗੇ ਤੇ 10 ਵਿਚਾਰ ਮਿਲ ਜਾਣਗੇ, ਉਹ ਫਿਰ 10 ਹੀ ਸਾਡੇ ਸਾਰਿਆਂ ਦੇ ਕੰਮ ਆਉਣਗੇ। ਤਾਂ ਇੱਥੇ ਵੀ ਅਸੀਂ ਵਿਗਿਆਨ ਕੋਲੋਂ ਸਿੱਖ ਸਕਦੇ ਹਾਂ ਕਿ ਵਿਗਿਆਨੀ ਇੱਕ ਦੂਜੇ ਨਾਲ ਰਲ ਕੇ ਚੱਲਦੇ ਹਨ ਔਰ ਇੱਕ ਦੂਜੇ ਦੇ ਕੰਮ ਤੋਂ ਸਿੱਖਦੇ ਹਨ। ਸਿਰਫ ਇਕੱਲਾ ਬੰਦਾ ਨਹੀਂ ਹੁੰਦਾ ਜਿਹਨੂੰ ਸਾਰਾ ਗਿਆਨ ਹੋ ਜਾਂਦਾ। ਜਿਸ ਤਰ੍ਹਾਂ ਗੈਲੀਲੀਓ ਦੇ ਕੰਮ ਨੂੰ ਅੱਗੇ ਵਧਾ ਕੇ ਨਿਊਟਨ ਨੇ ਆਪਣੇ ਨਿਯਮ ਸਾਹਮਣੇ ਲਿਆਂਦੇ। ਜੇ ਗੈਲੀਲੀਓ ਨੇ ਉਹ ਕੰਮ ਨਾ ਕੀਤਾ ਹੁੰਦਾ ਤੇ ਸ਼ਾਇਦ ਨਿਊਟਨ ਨੂੰ ਮਕੈਨਿਕਸ ਦੇ ਉਹ ਨਿਯਮ ਨਾ ਸਮਝ ਆਉਂਦੇ ਤੇ ਉਹਨਾਂ ਨੂੰ ਉਸ ਢੰਗ ਨਾਲ ਉਹ ਸੂਤਰਬੱਧ ਨਾ ਕਰ ਸਕਦਾ। ਜਦੋਂ ਆਇਨਸਟਾਈਨ ਫੇਰ ਫਰੋਲ ਰਿਹਾ ਸੀ ਕਿ ਫਰੇਮ ਆਫ ਰੈਫਰੈਂਸ ਜਿਹੜੀ ਮੋਸ਼ਨ ਹੈ ਜਾਂ ਗਤੀ ਹੈ ਉਹ ਇੱਕ ਫਰੇਮ ਚੋਂ ਦੂਜੇ ਫਰੇਮ 'ਚ ਕਿਵੇਂ ਦਿਸਦੀ ਹੈ, ਤੇ ਉਹ ਨਿਊਟਨ ਤੇ ਗੈਲੀਲੀਓ ਦੋਵਾਂ ਦੇ ਕੰਮ ਨੂੰ ਹੀ ਸਾਹਮਣੇ ਰੱਖ ਰਿਹਾ ਸੀ। ਕਿਉਂਕਿ ਗੈਲੀਲੀਓ ਇਸ ਗੱਲ 'ਚ ਹਮੇਸ਼ਾ ਹੀ ਬਹੁਤ ਇੰਟਰਸਟ ਲੈਂਦਾ ਰਿਹਾ ਕਿ ਜੇ ਕੋਈ ਵਰਤਾਰਾ ਹੋ ਰਿਹਾ ਹੈ ਤੇ ਉਹ ਵੱਖ-ਵੱਖ ਥਾਵਾਂ ਤੋਂ ਕਿਵੇਂ ਪ੍ਰਤੀਤ ਹੁੰਦਾ ਹੈ। ਤੇ ਇਸੇ ਨੂੰ ਹੀ ਆਧਾਰ ਬਣਾ ਕੇ ਆਇਨਸਟਾਈਨ ਨੇ ਆਪਣੀ ਥਿਊਰੀ ਆਫ ਰਿਲੇਟਿਵਿਟੀ ਦਿੱਤੀ। ਔਰ ਜਦੋਂ ਉਹਨੇ ਆਪਣੀ ਥਿਊਰੀ ਆਫ ਰਿਲੇਟਿਵਿਟੀ ਦਿੱਤੀ ਤੇ ਜਿਹੜੇ ਨਿਊਟਨ ਦੇ ਨਿਯਮ ਸੀ ਉਹਨਾਂ ਨੂੰ ਥੋੜਾ ਜਿਹਾ ਬਦਲਣਾ ਪਿਆ, ਕਿਉਂਕਿ ਉਹ ਹੈਗੇ ਸੀ ਇਸ ਕਰਕੇ ਉਹਨੇ ਉਹਨਾਂ ਨੂੰ ਬਦਲਿਆ। ਜੇ ਨਿਊਟਨ ਨੇ ਉਹ ਨਿਯਮ ਬਣਾਏ ਹੀ ਨਾ ਹੁੰਦੇ ਤੇ ਆਇਨਸਟਾਈਨ ਉਹਨਾਂ ਨੂੰ ਬਦਲ ਨਹੀਂ ਸੀ ਸਕਦਾ। ਸੋ ਆਖਰੀ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਾਂਗਾ, ਫਿਰ ਮੈਂ ਆਪਣੀ ਗੱਲ ਮੁਕਾ ਦਿਆਂਗਾ ਕਿ ਜਿਹੜਾ ਵਿਗਿਆਨ ਹੈ ਇਹ ਸਾਨੂੰ ਨਿਮਰ ਬਣਾਉਂਦਾ ਹੈ, ਕਿਉਂਕਿ ਨਿਊਟਨ ਦੇ ਨਿਯਮ ਵੀ ਆਇਨਸਟਾਈਨ ਨੇ ਅੱਗੇ ਵਧਾ ਲਏ। ਆਇਨਸਟਾਈਨ ਨੇ ਜਿਹੜਾ ਕੰਮ ਕੀਤਾ ਬਹੁਤ ਸਾਰਾ ਉਹਦੇ ਚੋਂ ਅਸੀਂ ਉਹ ਤੋਂ ਬਹੁਤ ਅੱਗੇ ਲੰਘ ਗਏ ਉਹਨੂੰ ਗਲਤ ਸਾਬਤ ਕਰਕੇ। ਸੋ ਇੱਕ ਦੂਜੇ ਨੂੰ ਤੇ ਪਿਛਲੇ ਵਿਗਿਆਨੀਆਂ ਨੂੰ ਗਲਤ ਸਾਬਤ ਕਰਕੇ ਵਿਗਿਆਨ ਅੱਗੇ ਵੱਧਦਾ ਰਹਿੰਦਾ ਹੈ ਔਰ ਕਿਸੇ ਕੋਲ ਫਾਈਨਲ ਅਥਾਰਟੀ ਨਹੀਂ। ਇਹ ਅਧਿਆਤਮਿਕ ਗਿਆਨ ਵਾਂਗ ਨਹੀਂ ਹੈ ਵੀ ਇੱਕ ਗੁਰੂ, ਇੱਕ ਕਿਤਾਬ, ਇੱਕ ਥਾਂ ਤੇ ਸਾਰਾ ਪਿਆ ਹੈ। ਇਹ ਅਸੀਂ ਆਪ ਹੀ ਬਣਾਉਂਦੇ ਹਾਂ ਤੇ ਆਪ ਹੀ ਉਹਨੂੰ ਢਾਹ ਕੇ ਉਹ ਤੋਂ ਅੱਗੇ ਲੰਘ ਜਾਂਦੇ ਹਾਂ। ਇਸ ਕਰਕੇ ਨਿਮਰਤਾ ਨਾਲ ਕਰਨ ਵਾਲਾ ਕੰਮ ਹੈ। ਮੈਂ ਜਿਹੜਾ ਵੀ ਕੰਮ ਆਪਣੀ ਜ਼ਿੰਦਗੀ 'ਚ ਵਿਗਿਆਨੀ ਦੇ ਰੂਪ 'ਚ ਕਰਾਂਗਾ ਉਹ ਪਿਛਲੇ ਵਿਗਿਆਨੀਆਂ ਤੋਂ ਅੱਗੇ ਹੋਏਗਾ, ਪਰ ਮੈਨੂੰ ਪਤਾ ਹੈ ਕਿ ਆਉਣ ਵਾਲੇ ਵਿਗਿਆਨੀਆਂ ਤੋਂ ਪਿੱਛੇ ਹੋਏਗਾ। ਹਰ ਕੰਮ ਨੂੰ ਪਿੱਛੇ ਛੱਡ ਕੇ ਵਿਗਿਆਨ ਤੇ ਵਿਗਿਆਨੀ ਅੱਗੇ ਲੰਘ ਜਾਂਦੇ। ਸੋ ਬਹੁਤ ਅੱਛੀ ਕਿਤਾਬ ਨਿਊਟਨ ਨੇ ਗੱਲ ਕੀਤੀ ਸੀ ਔਨ ਦੀ ਸ਼ੋਲਡਰਸ ਆਫ ਜਾਇੰਟਸ। ਪਿਛਲੇ ਵਿਗਿਆਨੀਆਂ ਦੇ ਮੋਢਿਆਂ ਤੇ ਖਲੋ ਕੇ ਅਸੀਂ ਨਵਾਂ ਵਿਗਿਆਨ ਸਿਰਜਦੇ ਹਾਂ। ਔਰ ਇਸ ਗੱਲ ਨੂੰ ਵੀ
ਸਾਨੂੰ ਸਾਡੀ ਵਿਦਿਆ ਨਾਲ ਜੋੜਨ ਦੀ ਬਹੁਤ ਸਖਤ ਲੋੜ ਹੈ, ਕਿਉਂਕਿ ਵਿਦਿਆਰਥੀਆਂ ਨੂੰ ਸਿਰਫ ਇਹ ਕਹਿਣਾ ਕਿ ਅਸੀਂ ਤੁਹਾਨੂੰ ਗਿਆਨ ਦੇ ਰਹੇ ਹਾਂ, ਇਹ ਠੀਕ ਨਹੀਂ ਹੈ। ਵਿਦਿਆਰਥੀਆਂ ਨੂੰ ਇਹ ਦੱਸਣਾ ਕਿ ਉਹ ਵੀ ਗਿਆਨ ਬਣਾ ਸਕਦੇ ਆ, ਔਰ ਜੋ ਮੈਂ ਗਿਆਨ ਤੁਹਾਨੂੰ ਦੇ ਰਿਹਾ ਹਾਂ ਜਾਂ ਵਿਗਿਆਨ ਤੁਹਾਨੂੰ ਪੜ੍ਹਾ ਰਿਹਾ ਹਾਂ, ਇਹ ਅਧੂਰਾ ਹੈ। ਹਰ ਗਿਆਨ ਵਿਗਿਆਨ ਅਧੂਰਾ ਹੈ, ਔਰ ਉਹਨੂੰ ਅੱਗੇ ਕੌਣ ਲੈ ਕੇ ਜਾਏਗਾ? ਉਹ ਹੀ ਲੈ ਕੇ ਜਾਣਗੇ ਜਿਹੜੇ ਸਾਡੇ ਵਿਦਿਆਰਥੀ ਨੇ, ਉਹ ਸਾਡੇ ਗੁਰੂ ਬਣਨਗੇ। ਜਦੋਂ ਇੱਕ ਵਿਗਿਆਨੀ ਬਜ਼ੁਰਗ ਹੋ ਜਾਂਦਾ ਹੈ, ਉਹਦੇ ਵਿਦਿਆਰਥੀ ਉਹ ਤੋਂ ਅੱਗੇ ਲੰਘ ਜਾਂਦੇ। ਇਹ ਹੋਰ ਥਾਵਾਂ ਤੇ ਨਹੀਂ ਇਹ ਕਿਹਾ ਜਾਂਦਾ, ਖਾਸ ਕਰਕੇ ਅਧਿਆਤਮ ਦੀ ਦੁਨੀਆ 'ਚ ਅਸੀਂ ਕਦੀ ਵੀ ਨਹੀਂ ਕਹਿੰਦੇ ਕਿ ਉਹ ਅੱਗੇ ਲੰਘ ਗਿਆ, ਅਸੀਂ ਕਹਿੰਦੇ ਗੁਰੂ ਹੀ ਰਹਿੰਦਾ ਹੈ। ਪਰ ਵਿਗਿਆਨ 'ਚ ਇਸ ਤਰ੍ਹਾਂ ਨਹੀਂ ਹੈ। ਮੈਂ ਹੁਣੇ ਵੇਖਦਾ ਕਿ ਜਦੋਂ ਅਸੀਂ ਥਿਓਰੈਟੀਕਲ ਫਿਜ਼ਿਕਸ ਦੀਆਂ ਕੈਲਕੂਲੇਸ਼ਨਾਂ ਕਰਦੇ ਹਾਂ, ਤੇ ਜਿਹੜੇ ਮੇਰੇ ਸਟੂਡੈਂਟ ਜਵਾਨ ਨੇ, ਜਿਹੜੇ 25 ਤੋਂ 30 ਸਾਲ ਦੀ ਉਮਰ 'ਚ ਹੈ, ਉਹ ਕੈਲਕੂਲੇਸ਼ਨ ਦਾ ਕੰਮ ਮੇਰੇ ਨਾਲੋਂ ਤੇਜ਼ ਕਰ ਲੈਂਦੇ। ਭਾਵੇਂ ਮੈਂ ਉਹਨਾਂ ਨੂੰ ਗਾਈਡ ਕਰ ਰਿਹਾ ਹੁੰਦਾ, ਪਰ ਉਹਨਾਂ ਦੀ ਉਹ ਸ਼ਕਤੀ ਜਿਹੜੀ ਕੰਮ ਕਰਨ ਦੀ ਮੇਰੇ ਨਾਲੋਂ ਅੱਗੇ ਹੈ। ਤੇ ਹੋਰ 10-15 ਸਾਲ 'ਚ ਉਹਨਾਂ ਦੀ ਸੋਚਣ ਸ਼ਕਤੀ ਵੀ ਉੱਤੇ ਚਲੀ ਜਾਣੀ ਹੈ, ਔਰ ਉਹਨਾਂ ਨੇ ਨਵੇਂ ਖਿਆਲਾਂ ਨਾਲ ਜੂਝਣਾ ਹੈ। ਸੋ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਿਗਿਆਨ ਦੀ ਸੋਚ ਵਰਤ ਕੇ ਇੰਪਾਵਰ ਕਰੀਏ ਕਿ ਉਹ ਵੀ ਗਿਆਨ ਬਣਾ ਸਕਦੇ ਹਨ। ਗਿਆਨ ਸਿਰਫ ਕਿਤਾਬਾਂ 'ਚ ਨਹੀਂ ਹੁੰਦਾ, ਗਿਆਨ ਅਸੀਂ ਬਣਾਉਂਦੇ ਹਾਂ। ਇਹ ਵੀ ਇੱਕ ਵਿਗਿਆਨਿਕ ਸੋਚ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ, ਕਿਉਂਕਿ ਤੁਸੀਂ ਸਾਰੇ ਅਧਿਆਪਕ ਹੋ, ਮੈਂ ਆਪਣੇ ਤਜਰਬੇ ਤੋਂ ਸਿੱਖੀਆਂ ਨੇ, ਤੇ ਮੈਨੂੰ ਬਹੁਤ ਅੱਛਾ ਲੱਗਾ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਲਿਆਉਣ 'ਚ। ਤੇ ਹੁਣ ਜਿਹੜਾ ਸਾਡੇ ਕੋਲ ਸਮਾਂ 15-20 ਮਿੰਟ ਦਾ ਬਚਿਆ ਹੈ, ਉਹਦੇ 'ਚ ਅਸੀਂ ਸਵਾਲ ਜਵਾਬ ਕਰ ਸਕਦੇ ਹਾਂ। ਜਿਸ ਤਰ੍ਹਾਂ ਦੀ ਫਾਰਮੈਟ ਹੈ ਆਰਗੇਨਾਈਜ਼ਰਸ ਦੀ, ਮੈਂ ਉਹਦੇ ਵਿੱਚ ਰਹਿਣਾ ਚਾਹਾਂਗਾ। ਇਹ ਜੇ ਸਵਾਲ ਪੜ੍ਹ ਦੇਣਗੇ ਤੇ ਮੈਂ, ਜੇ ਮੈਨੂੰ ਜਵਾਬ ਆਉਂਦਾ ਹੋਏਗਾ ਤਾਂ ਮੈਂ ਜਵਾਬ ਤੁਹਾਨੂੰ ਦੱਸਾਂਗਾ, ਤੇ ਜੇ ਕੋਈ ਕਮੈਂਟ ਹੋਏਗਾ ਉਹ ਮੈਂ ਸੁਣ ਲਵਾਂਗਾ, ਤੇ ਜੇ ਮੇਰੇ ਕੋਈ ਕਮੈਂਟ ਹੋਣਗੇ ਅਖੀਰ ਤੇ ਮੈਂ ਫਿਰ 2-4 ਮਿੰਟ ਵਿੱਚ ਦੱਸ ਦਿਆਂਗਾ। ਬਹੁਤ ਬਹੁਤ ਧੰਨਵਾਦ ਸਰ। ਤੁਹਾਨੂੰ ਸੁਣ ਕੇ ਇੱਕ ਹੂਆ ਜਿਹੜਾ ਸਾਡੇ ਸਾਹਮਣੇ ਇੱਕ ਸਾਇੰਸ ਦਾ ਬਣਾਇਆ ਜਾਂਦਾ, ਖਾਸ ਤੌਰ 'ਤੇ ਸਾਡੇ ਪੇਂਡੂ ਸਕੂਲਾਂ ਵਿੱਚ ਪੇਂਡੂ ਵਿਦਿਆਰਥੀਆਂ ਲਈ ਵੀ ਸਾਇੰਸ ਜਿਹੜੀ ਪੜ੍ਹਨੀ ਆ ਜਾਂ ਪੜ੍ਹਾਉਣੀ ਹੈ, ਉੱਥੇ ਅੰਗਰੇਜ਼ੀ ਬਹੁਤ ਆਉਣੀ ਜ਼ਰੂਰੀ ਆ। ਔਰ ਤੁਸੀਂ ਇੰਨਾ ਸਰਲ ਪੰਜਾਬੀ ਦੇ ਵਿੱਚ ਸਾਇੰਸ ਦੀਆਂ ਗੱਲਾਂ ਸਾਨੂੰ ਦੱਸੀਆਂ, ਸਮਝਾਈਆਂ, ਅਤੇ ਇੰਨੀ ਸੋਹਣੀ ਪੰਜਾਬੀ ਤੁਸੀਂ ਬੋਲ ਰਹੇ ਸੀਗੇ, ਬਹੁਤ ਵਧੀਆ ਲੱਗ ਰਿਹਾ ਸੀਗਾ। ਅਸੀਂ ਤਾਂ ਇਸ ਤਰ੍ਹਾਂ ਸਮਝਦੇ ਹਾਂ ਵੀ ਜਿਵੇਂ ਸਾਇੰਸ ਵਾਲਾ ਬੰਦਾ ਵੀ ਉਹ ਅੰਗਰੇਜ਼ੀ ਵਿੱਚ ਹੀ ਬੋਲ ਸਕਦਾ ਜਾਂ ਪੜ੍ਹਾ ਸਕਦਾ। ਅਤੇ ਤੁਹਾਨੂੰ ਸੁਣ ਕੇ ਇਹ ਸਾਡਾ ਵਹਿਮ ਜਿਹੜਾ ਦੂਰ ਹੋ ਰਿਹਾ, ਮੇਰੇ ਖਿਆਲ ਵਿਦਿਆਰਥੀਆਂ ਨੂੰ ਵੀ ਇਹ ਸੁਣ ਕੇ ਇਸ ਤਰ੍ਹਾਂ ਲੱਗਿਆ ਹੋਵੇਗਾ। ਅਤੇ ਸਰ, ਮੇਰਾ ਇੱਕ ਆਪਣਾ ਹੀ ਸਵਾਲ ਆ। ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਦੇਖਦੇ ਹਾਂ ਕਿ ਅਕਸਰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਹੜਾ ਵਿਦਿਆਰਥੀ ਉਹ ਬਣਿਆ ਕਿਸੇ ਹੋਰ ਗੱਲ ਹੀ ਹੁੰਦਾ ਅਤੇ ਕਰ ਰਿਹਾ ਕੁਝ ਹੋਰ ਹੁੰਦਾ, ਜਿਹਨੂੰ ਅਸੀਂ ਮਿਸਫਿਟ ਕਹਿ ਦਿੰਦੇ ਹਾਂ। ਅਤੇ ਮੈਂ ਇੰਜਣ ਦੀ ਐਟੀਮੋਲੋਜੀ ਦੇਖੀ ਸੀ ਅੰਗਰੇਜ਼ੀ ਦੇ ਵਿੱਚ। ਇੰਜਣ ਦਾ ਮਤਲਬ ਹੁੰਦਾ ਇਨਬੋਰਨ ਟੈਲੈਂਟ। ਕਿਸੇ ਬੱਚੇ ਦੇ ਵਿੱਚ ਜਿਹੜਾ ਇਨਬੋਰਨ ਟੈਲੈਂਟ ਆ, ਵੀ ਕੋਈ ਸੰਗੀਤਕਾਰ ਬਣ ਸਕਦਾ, ਕੋਈ ਚਿੱਤਰਕਾਰ ਬਣ ਸਕਦਾ, ਕੋਈ ਕੁਛ ਹੋ ਸਕਦਾ, ਕੋਈ ਕੁਛ ਹੋ ਸਕਦਾ। ਲੇਕਿਨ ਸਾਡੇ ਲੋਕ ਉਹਨੂੰ ਮਾਪੇ ਆਪਣੀ ਇੱਛਾ ਦੇ ਮੁਤਾਬਕ ਉਹਨੂੰ ਕਿਸੇ ਲਾਈਨ ਵਿੱਚ ਪਾ ਦਿੰਦੇ ਆ, ਅਤੇ ਉਹ ਅੱਗੇ ਜ਼ਿਆਦਾ ਕੁਛ ਉਸ ਵਿੱਚ ਕਰ ਨਹੀਂ ਪਾਉਂਦੇ ਹੈ। ਅਤੇ ਵੱਡੇ ਸ਼ਹਿਰਾਂ ਵਿੱਚ ਸੁਣਿਆ, ਚੰਡੀਗੜ੍ਹ ਵਿੱਚ ਵੀ ਜਦੋਂ ਬੱਚੇ ਨੂੰ ਉਹਨਾਂ ਨੇ ਕੋਈ ਲਾਈਨ ਦੇਣੀ ਹੁੰਦੀ, ਖਾਸ ਤੌਰ 'ਤੇ 10ਵੀਂ ਤੋਂ ਬਾਅਦ, ਉਹਦਾ ਐਪਟੀਟਿਊਡ ਟੈਸਟ ਕਰਾਉਂਦੇ ਆ। ਪੰਜਾਬ ਦੇ ਪਿੰਡਾਂ ਵਿੱਚ ਇਸ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਹੈ, ਕਿਸੇ ਨੂੰ ਪਤਾ ਵੀ ਨਹੀਂ ਹੈ, ਔਰ ਜੇ ਕਿਸੇ ਨੂੰ ਦੱਸੀਏ ਵੀ ਤਾਂ ਕੋਈ ਮੰਨਦਾ ਵੀ ਨਹੀਂ ਹੈ। ਅਤੇ ਸਰ, ਇਹ ਵੀ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਦਾ ਐਪਟੀਟਿਊਡ ਟੈਸਟ ਜਿਹੜਾ? ਤੁਹਾਡਾ ਸਵਾਲ ਹੈ। ਇਹਨੂੰ ਅਸੀਂ ਐਜ਼ ਏ ਪ੍ਰਿੰਸੀਪਲ ਬਣਾਇਆ ਜੀ ਨਵੇਂ ਕੋਰਸਾਂ 'ਚ ਜਿਹੜੇ ਵਿਦਿਆਰਥੀ ਸਾਡੇ ਕੋਲ ਆ ਰਹੇ ਨੇ, ਅਸਲ 'ਚ ਸਾਡਾ ਏਜੰਡਾ ਹੀ ਇਹ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਪ੍ਰਤਿਭਾ ਛੁਪੀ ਹੋਈ ਆ ਉਹਨੂੰ ਬਾਹਰ ਲਿਆਉਣਾ। ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਸਾਡੇ ਕੋਲ ਉਹ ਵਿਦਿਆਰਥੀ ਆਏ ਨੇ ਜਿਨ੍ਹਾਂ ਨੇ ਆਪਣੀ 12ਵੀਂ 90% ਤੋਂ ਉੱਪਰ ਨੰਬਰਾਂ ਨਾਲ ਸਾਇੰਸ 'ਚ ਕੀਤੀ ਹੈ, ਪਰ ਸਾਡੇ ਕੋਲ ਸੰਗੀਤ ਸਿੱਖਣ ਆਏ ਨੇ। ਸੋ ਅਸੀਂ ਜੋ ਤੁਸੀਂ ਕਹਿ ਰਹੇ ਹੋ ਕਰ ਲਿਆ। ਉਹਦੇ ਵਿੱਚ ਵੀ ਅਸੀਂ 1 ਸਾਲ ਬਾਅਦ ਉਹਨਾਂ ਨੂੰ ਫਿਰ ਮੌਕਾ ਦੇਵਾਂਗੇ ਕਿ ਉਹ ਕਿੱਧਰ ਜਾਣਾ ਚਾਹੁੰਦੇ ਆ, ਕਿਉਂਕਿ ਸਾਡੀ ਫੈਕਲਟੀ, ਸਾਡੇ ਮੈਂਟਰ ਉਹਨਾਂ ਨਾਲ ਸਾਲ ਭਰ ਵਿਚਾਰ ਕਰਨਗੇ ਤੇ ਫਿਰ ਉਹ ਵੇਖਣਗੇ ਵੀ ਅਸੀਂ ਕਿੱਧਰ ਜਾਣਾ ਹੈ। ਸੋ ਇਹ ਕੋਰਸ ਅਸੀਂ ਬਣਾਇਆ ਹੀ ਇਸ ਕਰਕੇ ਹੈ ਕਿ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਵਿਦਿਆਰਥੀਆਂ ਦੇ ਅੰਦਰ ਜਿਹੜੀ ਪ੍ਰਤਿਭਾ ਛੁਪੀ ਹੋਈ ਹੈ ਉਹਨੂੰ ਉਸ ਵਿਸ਼ੇ 'ਚ ਬਾਹਰ ਲਿਆਂਦਾ ਜਾਵੇ ਜਿਹਦੇ 'ਚ ਉਹ ਵਿਦਿਆਰਥੀ ਪ੍ਰਤਿਭਾਵਾਨ। ਇਹਦਾ ਮੋਟੋ ਹੀ ਇਹ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਸੋ ਤੁਸੀਂ ਆਓ, ਦਰਸ਼ਨ ਦਿਓ, ਫਿਰ ਤੁਹਾਨੂੰ ਉਹਨਾਂ ਵਿਦਿਆਰਥੀਆਂ ਨਾਲ ਵੀ ਮਿਲਾਵਾਂਗੇ ਜਿਹੜੇ ਆਪਣਾ ਪਿਛਲਾ ਜੋ ਧਕਾਇਆ ਕੰਮ ਛੱਡ ਕੇ ਉਸ ਚੀਜ਼ ਨਾਲ ਜੁੜ ਰਹੇ ਨੇ ਜਿਹਦੇ ਨਾਲ ਉਹ ਜੁੜਨਾ ਚਾਹੁੰਦੇ। ਮੇਰੇ ਕੋਲ ਇੱਕ ਵਾਰੀ ਇੱਕ ਬਾਪ ਬੇਟਾ ਆਏ ਸੀ 5 ਸਾਲ ਪਹਿਲੇ ਕਿਸੇ ਪਿੰਡ ਤੋਂ ਚੱਲ ਕੇ, ਤੇ ਪਿਤਾ ਜੀ ਨੇ ਕਿਹਾ ਕਿ ਇਹਨੂੰ ਸਮਝਾਓ। ਉਹਨਾਂ ਨੇ ਮੇਰਾ ਕੋਈ ਲੈਕਚਰ ਸੁਣਿਆ ਸੀ ਤੇ ਇਹ ਕਹਿੰਦਾ ਇਹਨੂੰ ਅਸੀਂ ਇੰਜੀਨੀਅਰ ਬਣਾਉਣਾ ਹੈ, ਸਾਰੇ ਇਹਦੇ ਨੰਬਰ ਚੰਗੇ ਹੈ, ਸਭ ਕੁਝ ਹੈ, ਤੇ ਇਹ ਗਾਈ ਜਾਂਦਾ ਹੈ, ਇਹ ਕੀਰਤਨ ਹੀ ਕਰੀ ਜਾਂਦਾ ਹੈ। ਤੇ ਮੇਰੇ ਕੋਲ 2 ਘੰਟੇ ਬੈਠੇ, ਉਹਨਾਂ ਨੂੰ ਮੈਂ ਚਾਹ ਪਿਆਈ ਘਰ, ਤੇ ਅਖੀਰ ਤੇ ਮੈਂ ਕਿਹਾ ਵੀ ਪਿਤਾ ਜੀ ਤੁਹਾਨੂੰ ਕਾਉਂਸਲਿੰਗ ਦੀ ਲੋੜ ਹੈ,
ਬੱਚੇ ਨੂੰ ਜੋ ਕਰਦਾ ਕਰਨ ਦਿਓ, ਤੁਸੀਂ ਮੇਰੇ ਕੋਲ 2 ਘੰਟੇ ਬੈਠੋ। ਤੇ ਮੈਂ ਉਹਨਾਂ ਨੂੰ ਇਹ ਗੱਲ ਮਨਾ ਕੇ ਭੇਜੀ ਵੀ ਇਹਨੂੰ ਗਵਈਆ ਬਣਨ ਦਿਓ, ਕਿਉਂਕਿ ਗਵਈਆ ਬਣਨਾ ਚਾਹੁੰਦਾ ਹੈ। ਤੁਸੀਂ ਇਹਨੂੰ ਇੰਜੀਨੀਅਰ ਬਣਾ ਕੇ ਕੀ ਲੈਣਾ ਹੈ। ਔਰ ਮੈਂ ਇਹਦੇ ਤੇ ਇੱਕ ਗੱਲ ਕਰਨੀ ਚਾਹਾਂਗਾ, ਤੁਸੀਂ ਬਹੁਤ ਵਧੀਆ ਵਿਸ਼ਾ ਛੇੜਿਆ ਹੈ ਕਿ ਜਿਹੜਾ ਅਧਿਆਪਨ ਦਾ ਕੰਮ ਆ, ਜਾਂ ਜਿਹੜਾ ਅਸੀਂ ਨਵੀਂ ਆਪਣੀ ਅਗਲੀ ਜਿਹੜੀ ਪੀੜ੍ਹੀ ਹੈ ਉਹਨੂੰ ਜਦੋਂ ਅਸੀਂ ਵਿੱਦਿਆ ਦਿੰਦੇ ਹਾਂ ਜਾਂ ਗਾਈਡ ਕਰਦੇ ਹਾਂ, ਤੇ ਕੀ ਉਹ ਇੱਕ ਘੁਮਿਆਰ ਵਾਂਗ ਆ ਕਿ ਅਸੀਂ ਭਾਂਡੇ ਬਣਾਉਣੇ? ਨਹੀਂ, ਉਹ ਇੱਕ ਮਾਲੀ ਵਾਂਗ ਆ ਕਿ ਅਸੀਂ ਪਾਣੀ ਪਾਉਣਾ ਹੈ, ਗੋਡੀ ਕਰਨੀ ਹੈ, ਖਾਦ ਪਾਉਣੀ ਹੈ, ਜਿਹੜਾ ਉਹਨੂੰ ਫਲ ਲੱਗਣਾ ਉਹ ਲੱਗਣ ਦੇਣਾ। ਕਿਉਂਕਿ ਇੱਕ ਮਾਲੀ ਜਿੰਨਾ ਮਰਜ਼ੀ ਜ਼ੋਰ ਲਾ ਲੇ, ਉਹ ਲੀਚੀ ਦੇ ਬੂਟੇ ਨੂੰ ਅੰਬ ਨਹੀਂ ਲਾ ਸਕਦਾ, ਅੰਬ ਦੇ ਬੂਟੇ ਨੂੰ ਅਨਾਰ ਨਹੀਂ ਲਾ ਸਕਦਾ। ਸੋ ਅਸੀਂ ਇੰਨਾ ਹੀ ਕਰੀ ਜਾਈਏ ਕਿ ਜੋ ਉਹਨੂੰ ਜੋ ਪਾਣੀ ਖਾਦ ਚਾਹੀਦਾ ਉਹ ਪਾਈਏ, ਤੇ ਫਿਰ ਜੋ ਉਹਨੂੰ ਲੱਗਣਾ ਹੋਏਗਾ ਲੱਗਣ ਦੇਈਏ। ਇਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਾਡਾ ਵਿਦਿਅਕ ਢਾਂਚਾ। ਸਵਾਲ ਪ੍ਰੋਫੈਸਰ ਹਰਪਾਲ ਸਿੰਘ ਉਹਨਾਂ ਨੇ ਚੰਡੀਗੜ੍ਹੋਂ ਉਹਨਾਂ ਨੇ ਭੇਜਿਆ। ਮੇਰਾ ਵੀ ਇਹ ਸਵਾਲ ਹੈ, ਅਕਸਰ ਸਾਡਾ ਸਾਂਝਾ ਸਵਾਲ ਹੈ। ਇਹ ਪੰਜਾਬ ਦਾ ਸਵਾਲ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਪੰਜਾਬ ਨੂੰ ਅਸੀਂ ਅਕਸਰ ਲੋਕ ਕਹਿ ਦਿੰਦੇ ਆ ਵੀ ਨਾਥਾਂ, ਜੋਗੀਆਂ, ਪੀਰਾਂ, ਫਕੀਰਾਂ ਅਤੇ ਗੁਰੂਆਂ ਦੀ ਧਰਤੀ ਹੈ, ਔਰ ਪੰਜਾਬ ਦੇ ਵਿੱਚ ਜਿਹੜੀ ਇੱਕ ਧਾਰਮਿਕਤਾ ਦਾ ਇੱਕ ਪ੍ਰਭਾਵ ਹੈ, ਬੜਾ ਪ੍ਰਬਲ ਹੈ। ਔਰ ਇੱਥੇ ਇੱਦਾਂ ਸਮਝਿਆ ਜਾਂਦਾ ਵੀ ਜਿਹੜਾ ਬੱਚਾ ਸਾਇੰਸ ਪੜ੍ਹਨ ਲੱਗ ਪਵੇ ਜਾਂ ਲੌਜਿਕ ਜਾਂ ਤਰਕਸ਼ੀਲਤਾ ਦੀ ਗੱਲ ਕਰਨ ਲੱਗ ਜਾਏ, ਉਹਨੂੰ ਇੱਦਾਂ ਸਮਝਿਆ ਜਾਂਦਾ ਵੀ ਇਹ ਧਰਮ ਦੇ ਵਿਰੁੱਧ ਹੈ। ਔਰ ਅਕਸਰ ਧਰਮ ਅਤੇ ਸਾਇੰਸ ਦੀ ਡਿਸਕਸ਼ਨ ਹੁੰਦੀ ਰਹਿੰਦੀ ਹੈ, ਅਤੇ ਧਾਰਮਿਕ ਲੋਕ ਸਾਇੰਸ ਨੂੰ ਧਰਮ ਦੇ ਵਿਰੁੱਧ ਸਮਝਦੇ ਆ, ਅਤੇ ਸਾਇੰਸ ਪੜ੍ਹਨ ਵਾਲੇ ਧਰਮ ਨੂੰ ਇਸ ਤਰ੍ਹਾਂ ਵਿਰੁੱਧ ਸਮਝਦੇ ਰਹਿੰਦੇ ਆ। ਅਤੇ ਸਰ, ਤੁਹਾਡਾ ਇਹਦੇ ਬਾਰੇ ਕੋਈ ਜ਼ਰੂਰ? ਮੇਰਾ ਤਾਂ ਬੜਾ ਸਮਝਿਆ ਜਵਾਬ ਹੈ ਕਿ ਉਸ ਤਰ੍ਹਾਂ ਦੇ ਧਾਰਮਿਕ ਲੋਕ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਭਜਾਉਣਗੇ। ਉਹਨਾਂ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਸਾਹਿਬ ਮਨਜ਼ੂਰ ਨਹੀਂ ਹੋਣਗੇ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ ਤੇ ਜਿਸ ਤਰ੍ਹਾਂ ਉਹ ਵਿਚਰਦੇ ਸੀ ਤੇ ਜਿਸ ਤਰ੍ਹਾਂ ਦਾ ਉਹ ਸੰਵਾਦ ਰਚਾਉਂਦੇ ਸੀ ਤਰਕ ਸੰਗਤ, ਉਹ ਮਨਜ਼ੂਰ ਨਹੀਂ ਹੋਏਗਾ ਉਹਨਾਂ ਲੋਕਾਂ ਨੂੰ ਜਿਹੜੇ ਸਾਇੰਸ ਨੂੰ ਨਕਾਰਦੇ। ਸੋ ਉਹ ਵਿਗਿਆਨੀਆਂ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਨੂੰ ਵੀ ਛੱਡਣਾ ਪਏਗਾ ਜੇ ਇਸ ਤਰ੍ਹਾਂ ਕਰਨਾ ਹੈ। ਇੱਕ ਸਰ ਸਵਾਲ ਹੋਰ ਆਇਆ, ਉਹ ਇਹ ਵੀ ਪੰਜਾਬੀ ਵਿੱਚ ਸਾਇੰਸ ਦੀ ਪੜ੍ਹਾਈ ਸਰਲ ਕਿਉਂ ਨਹੀਂ ਬਣ ਸਕੀ? ਇਹਦੇ ਵਿੱਚ ਜਿਵੇਂ ਜਾਪਾਨ ਅਤੇ ਚੀਨ ਵਾਲਿਆਂ ਨੇ ਕਹਿੰਦੇ ਆ ਵੀ ਉਹਨਾਂ ਨੇ ਆਪਣੀ ਭਾਸ਼ਾ ਨੂੰ ਆਪਣੀ ਭਾਸ਼ਾ ਵਿੱਚ ਸਾਇੰਸ ਨੂੰ ਢਾਲ ਲਿਆ, ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਭਾਸ਼ਾ ਵਿੱਚ ਕਮੀ ਹੈ ਜਾਂ ਸਾਡੇ ਭਾਸ਼ਾ ਵਿਗਿਆਨੀ 'ਚ ਕਮੀ ਹੈ? ਬਿਲਕੁਲ ਹੈਗਾ, ਕਿਉਂਕਿ ਇਹਦੇ ਬਾਰੇ ਮੈਂ ਸੋਚਿਆ ਹੋਇਆ ਹੈ। ਜਵਾਬ ਇਹਦਾ ਇਹ ਆ ਵੀ ਅਸੀਂ ਆਜ਼ਾਦੀ ਤੋਂ ਬਾਅਦ ਇਸ ਕੰਮ ਨੂੰ ਵੱਡੇ ਰੂਪ ਸ਼ੁਰੂ ਕੀਤਾ ਸੀ ਕਿ ਸਾਰੀਆਂ ਹੀ ਭਾਰਤੀ ਭਾਸ਼ਾਵਾਂ ਵਿੱਚ ਹਰ ਕਿਸਮ ਦਾ ਗਿਆਨ ਵਿਗਿਆਨ ਅੱਗੇ ਵਧਾਈਏ। ਅਸੀਂ 25 ਸਾਲ ਉਹ ਕੰਮ ਕਰਕੇ ਜੀ ਛੱਡ ਦਿੱਤਾ, ਫਿਰ ਅਸੀਂ ਉਹ ਕੰਮ ਦੇ ਮਗਰ ਗਏ ਹੀ ਨਹੀਂ। 1975 ਤੱਕ 1980 ਤੱਕ ਉਹ ਕੰਮ ਹੋ ਰਿਹਾ ਸੀ, ਤੇ ਜੇ ਉਹ ਕੰਮ ਉਸ ਤਰ੍ਹਾਂ ਹੀ ਜਾਰੀ ਰਹਿੰਦਾ ਤੇ ਹੁਣ ਤੱਕ ਅਸੀਂ ਬਹੁਤ ਵਧੀਆ ਸਾਰੇ ਵਿਸ਼ੇ ਪੜ੍ਹਾਉਣ ਲਈ, ਭਾਵੇਂ ਉਹ ਸਾਈਕੋਲੋਜੀ ਹੋਵੇ ਤੇ ਭਾਵੇਂ ਉਹ ਫਿਜ਼ਿਕਸ ਹੋਵੇ ਤੇ ਭਾਵੇਂ ਉਹ ਇੰਜੀਨੀਅਰਿੰਗ ਹੋਵੇ ਤੇ ਭਾਵੇਂ ਉਹ ਮੈਡੀਸਨ ਹੋਵੇ, ਅਸੀਂ ਸਾਰੀਆਂ ਭਾਰਤੀ ਭਾਸ਼ਾਵਾਂ 'ਚ ਕਰ ਲੈਣਾ ਸੀ। ਅਸੀਂ ਇਸ ਕੰਮ ਨੂੰ ਛੱਡਤਾ ਤੇ ਅਸੀਂ ਦੁਬਾਰਾ ਅੰਗਰੇਜ਼ੀ ਦੇ ਮਗਰ ਲੱਗ ਗਏ। ਤੁਸੀਂ ਖੁਦ ਵੇਖੋ ਕਿ ਕਿਸ ਤਰ੍ਹਾਂ ਅਸੀਂ ਅੰਗਰੇਜ਼ੀ ਨੂੰ ਛੱਡ ਕੇ ਆਪਣੀਆਂ ਭਾਸ਼ਾਵਾਂ ਨੂੰ ਅਪਣਾਇਆ ਤੇ ਕਿਸ ਤਰ੍ਹਾਂ ਫਿਰ ਅਸੀਂ ਆਪਣੀਆਂ ਭਾਸ਼ਾਵਾਂ ਨੂੰ ਛੱਡ ਕੇ ਅੰਗਰੇਜ਼ੀ ਦੇ ਮਗਰ ਲੱਗੇ। ਉਹਦੇ ਨਾਲ ਪੇਂਡੂ ਵਿਦਿਆਰਥੀਆਂ ਦਾ ਵੱਡੇ ਰੂਪ 'ਚ ਨੁਕਸਾਨ ਹੋਇਆ, ਨਾ ਸਿਰਫ ਪੰਜਾਬ 'ਚ ਹੋਇਆ, ਸਾਰੇ ਭਾਰਤ 'ਚ ਹੋਇਆ। ਇਸ ਗੱਲ ਨੂੰ ਬਦਲਣ ਦੀ ਲੋੜ ਹੈ, ਇਸ ਗੱਲ ਨੂੰ ਰਿਵਰਸ ਕਰਨ ਦੀ ਲੋੜ ਹੈ ਜੇ ਅਸੀਂ ਪੰਜਾਬ 'ਚ ਜਾਂ ਇਸ ਦੇਸ਼ ਦੇ ਵਿੱਚ ਅੱਗੇ ਵੱਧ ਕੇ ਤਰੱਕੀ ਕਰਨਾ ਚਾਹੁੰਦੇ ਹਾਂ। ਕੌਮਾਂ ਉਹੀ ਅੱਗੇ ਵੱਧਦੀਆਂ ਨੇ ਜਿਹੜੀਆਂ ਆਪਣੀ ਬੋਲੀ ਨੂੰ ਨਾਲ ਲੈ ਕੇ ਚੱਲਦੀਆਂ ਨੇ, ਔਰ ਆਪਣੀ ਬੋਲੀ ਵਿੱਚ ਹੀ ਮੌਲਿਕ ਚੀਜ਼ਾਂ ਮਨੁੱਖ ਸੋਚ ਸਕਦਾ ਹੈ। ਜਿੰਨੀਆਂ ਮਰਜ਼ੀ ਬੋਲੀਆਂ ਸਿੱਖੋ, ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਹੈ। ਮੈਨੂੰ ਚੰਗੀ ਭਲੀ ਅੰਗਰੇਜ਼ੀ ਆਉਂਦੀ, ਮੈਂ ਰੋਜ਼ ਅੰਗਰੇਜ਼ੀ 'ਚ ਲੰਮੇ ਲੰਮੇ ਵਿਖਿਆਨ ਦਿੰਦਾ, ਪਰ ਜੇ ਮੈਨੂੰ ਪੰਜਾਬੀ ਨਹੀਂ ਆਉਂਦੀ ਤੇ ਮੇਰੇ ਸੋਚਣ ਦੇ ਤਰੀਕੇ 'ਚ ਕਮੀ ਰਹਿ ਜਾਏਗੀ। ਔਰ ਇਹ ਵੀ ਸਾਬਤ ਹੋ ਚੁੱਕਾ ਕਿ ਕਿਸੇ ਹੋਰ ਦੀ ਭਾਸ਼ਾ ਵੀ ਉਹੀ ਚੰਗੀ ਸਿੱਖ ਸਕਦਾ ਹੈ ਜਿਹਨੂੰ ਆਪਣੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ। ਜਿਹਨੂੰ ਆਪਣੀ, ਜਿਹੜਾ ਪੈਰਾਂ ਤੇ ਨਹੀਂ ਖਲੋਤਾ ਉਹ ਛਾਲ ਕੇ ਮਾਰੂਗਾ। ਜਿਹਨੂੰ ਆਪਣੀ ਬੋਲੀ ਨਹੀਂ ਆਉਂਦੀ ਉਹ ਕਿਸੇ ਦੀ ਹੋਰ ਦੀ ਬੋਲੀ ਕੀ ਸਿੱਖੂਗਾ। ਇਸੇ ਕਰਕੇ ਉਹ ਭਾਵੇਂ ਵਿਗਿਆਨ ਆ ਵੀ ਜਾਵੇ, ਵਿਗਿਆਨ ਵਿੱਚ ਵੀ ਉਹ ਕੌਨਫੀਡੈਂਸ ਪੈਦਾ ਨਹੀਂ ਹੁੰਦਾ ਜੇ ਤੁਹਾਨੂੰ ਆਪਣੀ ਬੋਲੀ ਨਹੀਂ ਆਉਂਦੀ। ਇਸ ਕਰਕੇ ਮੈਂ ਇਸ ਗੱਲ ਦਾ ਮਦਾਹ ਹਾਂ, ਔਰ ਜਿੰਨਾ ਅਸੀਂ ਜ਼ੋਰ ਕੋਸ਼ਿਸ਼ ਕਰਾਂਗੇ ਲਾਵਾਂਗੇ, ਪਰ ਸਰਕਾਰ ਦੀਆਂ ਪਾਲਿਸੀਆਂ ਇਹਨਾਂ ਗੱਲਾਂ ਬਾਰੇ ਬਦਲ ਚੁੱਕੀਆਂ ਨੇ, ਔਰ ਉਹਨਾਂ ਨੇ 1975-77 ਤੋਂ ਬਾਅਦ ਇਸ ਕੰਮ ਨੂੰ ਹੌਲੀ ਹੌਲੀ ਪਿੱਛੇ ਕਰ ਦਿੱਤਾ। ਪਰ ਅਸੀਂ ਇਹਨੂੰ ਨਵੇਂ ਰੂਪ 'ਚ ਪੰਜਾਬੀ ਯੂਨੀਵਰਸਿਟੀ 'ਚੋਂ ਸ਼ੁਰੂ ਕਰ ਰਹੇ ਹਾਂ। ਅਸੀਂ ਇਹਨੂੰ ਇਸ ਤਰ੍ਹਾਂ ਕਹਿ ਰਹੇ ਹਾਂ ਕਿ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਬਣਾਉਣਾ, ਤੇ ਜੇ ਸਮੇਂ ਦੇ ਹਾਣ ਦੀ ਬਣਾਉਣਾ ਹੈ ਤੇ ਫਿਰ ਸਾਨੂੰ ਇਹਦੇ 'ਚ ਮੈਡੀਸਨ, ਇੰਜੀਨੀਅਰਿੰਗ, ਸਾਇੰਸ, ਸਾਈਕੋਲੋਜੀ ਸਾਰੇ ਵਿਸ਼ੇ ਪੜ੍ਹਾਉਣ ਦੇ ਕਾਬਿਲ ਹੋਣਾ ਚਾਹੀਦਾ। ਸਰ, ਅੱਜ ਸਵੇਰੇ ਮੈਂ ਗਲੀਲੀਓ ਬਾਰੇ ਕੁਝ ਪੜ੍ਹ ਰਿਹਾ ਸੀਗਾ, ਅਤੇ
ਉਹਦੇ ਵਿੱਚ ਮੈਨੂੰ ਇੱਕ ਗੱਲ ਬੜੀ ਇੰਟਰਸਟਿੰਗ ਲੱਗੀ ਕਿ ਜਦੋਂ ਉਹਨਾਂ ਨੇ ਕੁਝ ਦੇਰ ਪੜ੍ਹਾਇਆ ਵੀ ਸੀਗਾ ਤੇ ਉਹਨਾਂ ਨੂੰ ਇੱਕ ਇੰਟੈਲੈਕਚੁਅਲ ਫਰੀडम, ਮੈਂ ਇਹ ਫਰੇਜ਼ ਦੇਖੀ ਵੀ ਉਹਨਾਂ ਨੂੰ ਇੱਕ ਇੰਟੈਲੈਕਚੁਅਲ ਫਰੀडम ਉਹਨਾਂ ਨੂੰ ਦਿੱਤੀ ਗਈ ਜਿਹਦੇ ਵਿੱਚ ਉਹ ਕਰ ਸਕੇ। ਔਰ ਸਾਡੇ ਸਕੂਲਾਂ ਕਾਲਜਾਂ ਵਿੱਚ ਜਿਹੜੇ ਖਾਸ ਤੌਰ 'ਤੇ ਅਧਿਆਪਨ ਨਾਲ ਜੁੜੇ ਹੋਏ ਲੋਕ, ਉਹਨਾਂ ਨੂੰ ਇੱਕ ਇੰਟੈਲੈਕਚੁਅਲ ਫਰੀडम ਜਿਹੜੀ ਆ ਉਹ ਘੱਟ ਮਿਲਦੀ ਆ, ਜਿਹਦੇ ਕਰਕੇ ਅਸੀਂ ਆਪਣਾ ਬੈਸਟ ਜਿਹੜਾ ਉਹ ਪਰਫਾਰਮ ਨਹੀਂ ਕਰ ਸਕਦੇ ਜਾਂ ਦੇ ਨਹੀਂ ਸਕਦੇ। ਤੇ ਸਰ ਇਸ ਤਰ੍ਹਾਂ ਦੇ ਬਾਰੇ ਵੀ ਕੁਝ ਦੱਸੋ। ਇੱਕ ਟੀਚਰ, ਤੁਸੀਂ ਇੱਕ ਟੀਚਰ। ਗੱਲ ਠੀਕ ਹੈ ਜੀ, ਉਹਨਾਂ ਨੂੰ ਐਕੈਡੈਮਿਕ ਫਰੀडम ਘੱਟ ਮਿਲਦੀ ਹੈ ਤੇ ਗਾਂ ਉਹ ਆਪਣੇ ਵਿਦਿਆਰਥੀਆਂ ਨੂੰ ਵੀ ਨਹੀਂ ਦਿੰਦੇ। ਉਹਨਾਂ ਦੀ ਵੀ ਇਹ ਕਮੀ ਹੈ ਕਿਉਂਕਿ ਉਹ ਵੀ ਆਪਣੇ ਵਿਦਿਆਰਥੀਆਂ ਨੂੰ ਐਕੈਡੈਮਿਕ ਫਰੀडम ਨਹੀਂ ਦਿੰਦੇ। ਮੈਂ ਕਈ ਵਾਰੀ ਇਹ ਕਹਿੰਦਾ ਉਹਨਾਂ ਅਧਿਆਪਕਾਂ ਨੂੰ ਕਿ ਜੇ ਸਾਨੂੰ ਕੋਈ ਸਵਾਲ ਪੁੱਛਦਾ ਹੈ ਵਿਦਿਆਰਥੀ, ਸਾਨੂੰ ਨਹੀਂ ਆਉਂਦਾ, ਸਾਨੂੰ ਕਹਿ ਦੇਣਾ ਚਾਹੀਦਾ ਹੈ ਕਿ ਵਿਦਿਆਰਥੀਓ ਮੈਨੂੰ ਨਹੀਂ ਆਉਂਦਾ, ਮੈਂ ਤੁਹਾਨੂੰ ਕੱਲ ਦੱਸੂਗਾ। ਇਹਦੇ 'ਚ ਕੋਈ ਆਪਣੀ ਹੋਮੇ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ, ਕਿਉਂਕਿ ਜਿਹੜਾ ਵੀ ਮਨੁੱਖ ਕਹਿੰਦਾ ਹੈ ਕਿ ਮੈਨੂੰ ਸਭ ਕੁਝ ਆਉਂਦਾ ਹੈ, ਉਹ ਝੂਠ ਬੋਲਦਾ। ਕਿਸੇ ਨੂੰ ਸਭ ਕੁਝ ਨਹੀਂ ਆਉਂਦਾ ਹੁੰਦਾ। ਜੇ ਅਧਿਆਪਕ ਇੱਕ ਦਿਨ ਵਿਦਿਆਰਥੀਆਂ ਨੂੰ ਕਹਿ ਦਿੰਦਾ ਵੀ ਕੋਈ ਗੱਲ ਨਹੀਂ, ਤੁਹਾਡਾ ਸਵਾਲ ਅੱਛਾ ਹੈ ਪਰ ਮੈਂ ਤੁਹਾਨੂੰ ਕੱਲ ਜਾਂ ਪਰਸੋਂ ਦੱਸੂਗਾ, ਤੇ ਜਦੋਂ ਅਗਰ ਦੁਬਾਰਾ ਦੱਸ ਦਿੰਦਾ ਹੈ, ਉਹਦੀ ਇੱਜ਼ਤ ਵੱਧਦੀ ਹੈ, ਘਟਦੀ ਨਹੀਂ। ਸੋ ਐਕੈਡੈਮਿਕ ਫਰੀडम ਬਹੁਤ ਜ਼ਰੂਰੀ ਹੈ, ਅਧਿਆਪਕਾਂ ਲਈ ਵੀ ਜ਼ਰੂਰੀ ਹੈ, ਵਿਦਿਆਰਥੀਆਂ ਲਈ ਵੀ ਜ਼ਰੂਰੀ ਹੈ, ਸੰਸਥਾਵਾਂ ਲਈ ਵੀ ਜ਼ਰੂਰੀ ਹੈ। ਸੋ ਜਿਵੇਂ ਕੋਰਸ ਹੁਣ ਇਹ ਕਹਿ ਰਹੇ ਸੀ ਵੀ ਇਹ ਤੇ ਬੱਚੇ ਸਕੂਲ ਚੋਂ ਆਉਣੇ ਆ, ਇਹਨਾਂ ਨੂੰ ਤੁਸੀਂ ਓਪਨ ਕੋਰਸ ਵੀਸੀ ਸਾਹਿਬ ਕਹਿ ਰਹੇ ਹੋ, ਤੇ ਇਹ ਕਿਸ ਤਰ੍ਹਾਂ ਚੁਣਨਗੇ? ਮੈਂ ਕਿਹਾ ਕੀ ਹੋ ਜਾਊਗਾ ਜੇ ਅਸੀਂ 4 ਕੋਰਸ ਚੰਗੇ ਦੇਵਾਂਗੇ, ਉਹਨਾਂ ਚੋਂ ਜਿਹੜਾ ਮਰਜ਼ੀ ਚੁਣਨ ਦਿਓ, ਹੈ ਨਾ। ਮਤਲਬ 4 ਹੀ ਕੋਰਸ ਚੰਗੇ ਹੈ। ਇੱਕ ਮੈਂ ਕੱਲ ਆਪਣੀ ਫਿਜ਼ਿਕਸ ਵਾਲੇ ਵਿਦਿਆਰਥੀਆਂ ਨੂੰ ਪੁੱਛ ਰਿਹਾ ਸੀ ਤੁਸੀਂ ਓਪਨ ਇਲੈਕਟਿਵ ਕੀ ਲਏ ਨੇ। ਮੈਨੂੰ ਇੰਨੀ ਖੁਸ਼ੀ ਹੋਈ, ਕਿਸੇ ਨੇ ਨਾਚ ਲਿਆ ਹੈ, ਕਿਸੇ ਨੇ ਸੰਗੀਤ ਲਿਆ ਹੈ, ਕਿਸੇ ਨੇ ਬਾਇਓਲੋਜੀ ਲਈ ਹੈ, ਕਿਸੇ ਨੇ ਕਾਨੂੰਨ ਲਿਆ ਹੈ। ਉਹਨਾਂ ਦਾ ਸ਼ੌਕ ਹੈ ਵੀ ਨਾਲ ਨਾਲ ਅਸੀਂ ਉਹ ਵੀ ਪੜ੍ਹਨਾ ਹੈ। ਚੁਣੇ ਉਹਨਾਂ ਨੇ, ਪੜ੍ਹਨਗੇ। ਸਰ ਸਵਾਲ ਤਾਂ ਬਹੁਤ ਸਾਰੇ ਆ ਰਹੇ ਆ, ਪਰ ਸਮੇਂ ਦੀ ਘਾਟ, ਤੁਸੀਂ ਜਿਵੇਂ ਦੱਸਿਆ। ਪ੍ਰੋਗਰਾਮ ਹੈ ਤਾਂ ਹੀ ਮੈਂ ਗੱਲ। ਹਾਂਜੀ ਹਾਂਜੀ, ਤੇ ਅਸੀਂ ਸਵਾਲਾਂ ਨੂੰ, ਇਹ ਜੇ ਸਵਾਲ ਜਿਹੜੇ ਆਏ ਨੇ ਤੁਸੀਂ ਮੈਨੂੰ ਭੇਜ ਦੇਣੇ। ਮੈਂ ਜਾਣਨਾ ਚਾਹੁੰਦਾ ਕਿ ਮੇਰੀ ਗੱਲਬਾਤ ਤੋਂ ਬਾਅਦ ਉਹ ਕਿਹੜੇ ਸਵਾਲ ਨੇ ਜਿਹੜੇ ਅਧਿਆਪਕਾਂ ਦੇ ਮਨਾਂ 'ਚ ਉਤਪੰਨ ਹੋਏ, ਤੇ ਜੇ ਉਹਨਾਂ ਦਾ ਕੋਈ ਬਹੁਤ ਪ੍ਰਬਲ ਸਵਾਲ ਹੋਵੇ ਤੇ ਉਹ ਮੈਨੂੰ, ਮੇਰਾ ਨੰਬਰ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, WhatsApp ਤੇ ਪੁੱਛ ਸਕਦੇ ਹੋ। ਜੇ ਮੈਨੂੰ ਜੀ ਕਰੇਗਾ ਮੈਂ ਜਵਾਬ ਦੇ ਦਿਆਂਗਾ, ਪਰ ਸਵਾਲ ਮੈਨੂੰ ਜ਼ਰੂਰ ਭੇਜ ਦੇ, ਮੇਰੇ ਲਈ ਉਹ ਬੜੇ ਵੱਡਮੁੱਲੇ ਨੇ। ਸਰ ਠੀਕ ਸਰ। ਇਹ ਸਰ ਅਸੀਂ ਇਹਨੂੰ ਜਿਹੜੀ ਗੱਲਬਾਤ ਹੈ ਇਹਨੂੰ ਅਸੀਂ YouTube ਤੇ ਵੀ ਪਾ ਦਿੰਦੇ ਹਾਂ, ਲਿੰਕ ਕਰ ਦਿੰਦੇ ਹਾਂ, ਤੇ ਉਹਦੇ ਵਿੱਚ ਬਹੁਤ ਸਾਰੇ ਬਾਤ ਲਿਖ ਦਿੰਦੇ ਹਾਂ, ਤੇ ਤੁਹਾਡਾ ਕੋਈ ਇਤਰਾਜ਼ ਨਹੀਂ, ਨੰਬਰ ਵੀ ਸ਼ੇਅਰ ਕਰ ਦੇਵਾਂਗੇ। ਕੋਈ ਸਵਾਲ ਤੁਹਾਨੂੰ ਕੋਈ ਡਾਇਰੈਕਟ ਪੁੱਛਣਾ ਚਾਹੇ ਪੁੱਛ ਸਕਦਾ। ਤੇ ਸਰ ਤੁਹਾਨੂੰ ਦੇਖ ਕੇ ਤੇ ਸੁਣ ਕੇ ਬੜਾ ਹੀ ਵਧੀਆ ਲੱਗਿਆ। ਤੇ ਪੰਜਾਬ ਦਰਸ਼ਨ ਦੇ ਕਿੰਨੇ ਹੀ ਲੈਕਚਰ ਹੋ ਚੁੱਕੇ ਆ, ਮੈਨੂੰ ਲੱਗਦਾ ਵੀ ਅੱਜ ਦਾ ਸਾਡਾ ਇਹ ਲੈਕਚਰ, ਇਹ ਵਿਖਿਆਨ ਬਹੁਤ ਜ਼ਿਆਦਾ ਕੰਮ ਦਾ, ਲੋਕਾਂ ਦੇ ਵਿਦਿਆਰਥੀਆਂ ਲਈ ਖਾਸ ਤੌਰ 'ਤੇ ਬਹੁਤ ਜ਼ਿਆਦਾ ਕੰਮ ਦਾ ਹੋਵੇਗਾ, ਅਧਿਆਪਕਾਂ ਲਈ ਵੀ। ਤੇ ਤੁਹਾਡਾ ਸਰ ਤੁਹਾਡੇ ਨਾਲ ਜੁੜ ਕੇ ਤੇ ਇਸ ਫੋਰਮ ਦਾ ਹਿੱਸਾ ਬਣ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਅੱਜ ਪੰਜਾਬ ਦਰਸ਼ਨ ਦੇ ਸਰੋਤਿਆਂ ਨੇ ਇੱਕ ਪੰਜਾਬ ਦੇ ਵਿੱਚ ਪਹਿਲੇ ਨਵੇਂ ਅਕਸ ਅਤੇ ਨਕਸ਼ ਵਾਲੇ ਵੀਸੀ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਸੁਣਿਆ। ਤੇ ਅਸੀਂ ਸਰੋਤਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਕੁਝ ਸਰੋਤਿਆਂ ਦੇ ਨਾਂ ਜ਼ਰੂਰ ਲੈਣੇ ਚਾਹਾਂਗੇ ਜਿਨ੍ਹਾਂ ਨੇ ਅੱਜ ਦਾ ਇਹ ਲੈਕਚਰ ਸੁਣਿਆ ਤੇ ਸਵਾਲ ਕੀਤੇ। ਚੇਤਨਾ ਗਿੱਲ, ਹਰਜਿੰਦਰ ਸਿੰਘ ਸਿੱਧੂ, ਪਰਮਿੰਦਰ ਕੁਮਾਰੀ, ਰਮਨਦੀਪ ਸਿੰਘ, ਰਾਣਾ ਰਣਵੀਰ, ਅਸ਼ਮਾ ਸਾਨੀ, ਜਗਮੋਹਨ ਸਿੰਘ ਸ਼ਿਮਲੇ ਤੋਂ, ਲੱਕੀ ਮੱਟੂ, ਮੋਹਿੰਦਰ ਸਿੰਘ ਬਣਵੈਤ, ਅਸ਼ਵਿੰਦਰ ਕੌਰ USA ਤੋਂ, ਗੁਰਬਚਨ ਸਿੰਘ ਅੰਡੇਮਾਨ ਤੋਂ, ਤਰਲੋਚਨ ਸਿੰਘ ਤਪਾਲਪੁਰੀ, ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਤੋਂ, ਸਵਰਨਜੀਤ ਬਰਾੜ ਕੈਨੇਡਾ ਤੋਂ, ਪਰਮਿੰਦਰ ਸੋਢੀ ਜਾਪਾਨ ਤੋਂ, ਅਮਨ ਜਾੜਲੇ ਤੋਂ, ਪ੍ਰਗਟ ਧਾਲੀਵਾਲ, ਜਤਿੰਦਰਪਾਲ ਸਿੰਘ ਚੰਡੀਗੜ੍ਹ ਤੋਂ, ਵਰਜਿੰਦਰ ਸਿੰਘ ਰਤਨ ਅਤੇ ਹਰਜੀਤ ਸਿੰਘ। ਹੋਰ ਵੀ ਬਹੁਤ ਸਾਰੇ ਨਾਂ ਜਿਨ੍ਹਾਂ ਨੇ ਸਰ ਤੁਹਾਡਾ ਲੈਕਚਰ ਸੁਣਿਆ ਤੇ ਕਮੈਂਟ ਕੀਤੇ ਨਾਲ ਤੇ ਸਾਨੂੰ ਫੋਨ ਵੀ ਨਾਲ ਕਰਦੇ ਰਹੇ। ਲੇਕਿਨ ਉਹਨਾਂ ਦੇ ਸਵਾਲ ਅਸੀਂ ਤੁਹਾਨੂੰ ਜ਼ਰੂਰ ਲਿਖ ਕੇ ਸਰ ਭੇਜ ਦੇਵਾਂਗੇ। ਤੇ ਇਹ ਜੇ ਹੋ ਸਕਿਆ ਅਸੀਂ ਤੁਹਾਡੇ ਕੋਲ ਆਪ ਲਿਖ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ, ਤੁਹਾਡੇ ਦਰਸ਼ਨ ਵੀ ਕਰਾਂਗੇ, ਤੁਹਾਡੇ ਤੇ ਯੂਨੀਵਰਸਿਟੀ ਨੂੰ ਘੁੰਮ ਕੇ ਦੇਖਾਂਗੇ ਸਰ। ਤੇ ਬਹੁਤ ਬਹੁਤ ਸਰ ਮਿਹਰਬਾਨੀ ਸਰ। ਜਾਂਦੇ ਹੋਏ ਕੋਈ ਗੱਲ ਹੋਰ ਤੁਹਾਡੇ ਮਨ ਵਿੱਚ ਆਈ ਹੋਵੇ ਤੁਸੀਂ ਕਹਿ ਸਕਦੇ ਆ। ਜਾਂਦੇ ਹੋਏ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਕਿ ਕਿਹਾ ਜਾਂਦਾ ਹੈ ਕਿ ਜਿਹੜਾ ਫਾਇਰਡ ਮਾਈਂਡ ਹੈ ਉਹੋ ਹੀ ਨਵਾਂ ਗਿਆਨ ਬਣਾਉਂਦਾ ਹੈ। ਤੇ ਅਸੀਂ ਆਪਣੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਕੋਈ ਫਾਇਰ ਪੈਦਾ ਕਰੀਏ, ਉਹਨਾਂ ਦੇ ਅੰਦਰ ਜਦੋਂ ਫਾਇਰ ਪੈਦਾ ਹੋ ਜਾਂਦੀ ਹੈ, ਡਰਿਵਨ ਮਾਈਂਡ, ਫਿਰ ਉਹ ਆਪੇ ਚੀਜ਼ਾਂ ਲੱਭ ਲੈਂਦਾ। ਇਹ ਬਹੁਤ ਜ਼ਰੂਰੀ ਹੈ। ਜਿਹੜਾ ਸਾਡਾ ਬੋਰਿੰਗ ਜਿਹਾ ਐਟਮੋਸਫੀਅਰ ਕਲਾਸਰੂਮਾਂ 'ਚ ਬਣ ਜਾਂਦਾ ਹੈ, ਅਸੀਂ ਮੱਖੀ ਤੇ ਮੱਖੀ ਪੜ੍ਹਾਈ ਜਾਂਦੇ ਹਾਂ, ਉਹਦੇ ਨਾਲ ਗਿਆਨ ਅੱਗੇ ਨਹੀਂ ਵੱਧਦਾ। ਬਹੁਤ ਮਿਹਰਬਾਨੀ ਸਰ।
ਪੰਜਾਂ